ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੈ ਬਾਰ। ਜਿਉ ਬਨ ਫਲ ਪਾਕੇ ਭੋਏ ਗਿਰਹਿ, ਬੋਹਰ ਨ ਲਾਗੈ ਡਾਲ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੁ, ਮਾਨਸ ਜਨਮ ਕਾ ਏਹੀ ਲਾਹੁ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਬੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਭਾਉ ਨ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਕਤੀ। ਭਾਉ ਨ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਕਤੀ। ਆਪੇ ਸਾਹੋ ਆਪੇ ਵਣਜਾਰਾ, ਸਾਚੇ ਇਹੋ ਭਾਏਂਦਾ। ਵੇਦ ਕਤੇਬ ਨਾ ਸਿਮਰਤ ਸਾਸਤ,
पाठ पुराण उदय नहीं आसत। कहता बकता आप अगोचर। आपे अलख लखाएंदा जातिस भाणा ता जगत उपाया। बाज कला आडान रहाया। ब्रह्मा विष्ण महेश उपाए। माया मोह बधाएंदा विरले को गुर शब्द रहाया। बिरले को गुर शब्द सुनाया। कर कर देखै हुक्म सवाया। खंड ब्रह्मांड पाताल अरंबे। गुप्तो प्रगटी आएंदा ताका अंत ना जाने कोई। पूरे गुर ते सोजी होई। नानक साचर ते बिस्माती। बिस्म भये गुण गाएंदा ताका अंत न जाने कोई। पूरे गुर ते सोजी होई। नानक साचर ते बिस्मादी। बिस्म भये गुण गाएंदा। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख्त ते मालक। लोक परलोक दे रखियक। सर्ब सांझी वालता दा उपदेश देण वाले। धन धन साहिब श्री गुरु ग्रंथ साहिब सच्चे सतगुरु जी दी पावन पवित्र निघी गोद अंदर जुड़ बैठे गुरु रूप गुरु सवारे सत संगी जनो। आप जी वड्डियां भागां वाले हो जो दशमेश पिता गुरु कलगीधर सतगुरु अमृत के दाते सर्वांस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सत संगत करके लाहे प्राप्त करके अपने जीवन नूं सफला कर रहे हो। सतगुरां दी निघी गोद विच सजे हुए दीवाना विच आप जी ने सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन। सो आओ गुरु सवारियो जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। गुरु नानक पातशाह महाराज दे पावन शब्द मारू सोलहे दी विचार चल रही है। शब्द है अरबद नरबद धुंदू कारा। ये पावन शब्द की विचार जो कल वाले दीवाना विच आप जी ने 11 पदियां तक श्रवण की है। हुण सतगुरु महाराज जी उस तो अगे 12वें पदे द्वारा साडे उत्ते बख्शिश कर रहे हैं। आओ अपनियां मन बिरतियां एकागर करिए। ध्यान गुरु चरणों नाल जोड़िए
ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਾਉ ਨ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਕਤੀ। ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਦੋਂ ਅਰਬਦ ਨਰਬ ਧੁੰਦੂਕਾਰਾ ਸੀ, ਮਹਾਪਰਲੋ ਸੀ, ਕੁਝ ਵੀ ਨਹੀਂ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਜੀ 84 ਲੱਖ ਜੂਨਾਂ ਸਨ। ਕਹਿੰਦੇ ਉਦੋਂ ਇਹੋ ਜਿਹਾ ਸਮਾਂ ਸੀ, ਨਾ ਤਾਂ ਭਾਵ ਦਾ ਅਰਥ ਹੈ ਪ੍ਰੇਮ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਭਉ ਇੱਕ ਭਾਉ। ਜਦੋਂ ਭੱਬੇ ਨੂੰ ਕੰਨਾ ਲੱਗ ਜਾਵੇ, ਊੜੇ ਨੂੰ ਔਂਕੜ, ਫਿਰ ਬਣਦਾ ਭਾਉ। ਇਹਦਾ ਅਰਥ ਬਣਦਾ ਹੈ ਪ੍ਰੇਮ। ਜਦੋਂ ਭੱਬਾ ਤੇ ਊੜੇ ਨੂੰ ਔਂਕੜ ਲੱਗ ਗਿਆ ਤੇ ਉਦੋਂ ਬਣਨਾ ਭਉ। ਭਉ ਦਾ ਅਰਥ ਹੈ ਡਰ। ਤੇ ਇੱਥੇ ਸਤਿਗੁਰੂ ਜੀ ਨੇ ਭਾਉ ਦੀ ਗੱਲ ਕੀਤੀ ਹੈ, ਪ੍ਰੇਮ ਦੀ ਗੱਲ ਕੀਤੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ 1036 ਅੰਕ ਤੇ ਬਖਸ਼ਿਸ਼ ਕਰਦੇ ਹਨ। ਕਹਿੰਦੇ ਨੇ ਭਾਈ ਜਦੋਂ ਇਹੋ ਜਿਹਾ ਸਮਾਂ ਸੀ, ਕਹਿੰਦੇ ਨਾ ਤਾਂ ਭਾਉ ਸੀ, ਪ੍ਰੇਮ ਸੀ, ਨਾ ਹੀ ਪਰਮੇਸ਼ਰ ਦੀ ਭਗਤੀ ਸੀ, ਨਾ ਸ਼ਿਵ ਸ਼ਕਤੀ, ਨਾ ਜੜ ਸੀ, ਨਾ ਚੇਤਨ ਸੀ। ਭਾਵ ਨਾ ਹੀ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਮਾਇਆ ਇਹ ਪੈਦਾ ਹੋਈ ਸੀ। ਕਿਉਂਕਿ ਵਾਹਿਗੁਰੂ ਨੇ ਮਾਇਆ ਤਾਂ ਉਦੋਂ ਪੈਦਾ ਕੀਤੀ ਹੈ ਕਿ ਜਦੋਂ ਉਸ ਵਾਹਿਗੁਰੂ ਦੇ ਮਨ ਵਿੱਚ ਸੰਕਲਪ ਆਇਆ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋਣਾ ਕਰਾਂ। ਫਿਰ ਵਾਹਿਗੁਰੂ ਪਰਮਾਤਮਾ ਨੇ ਆਪਣੀ ਮਾਇਆ ਆਪ ਪਸਾਰ ਦਿੱਤੀ, ਜਿਹਦੇ ਰਾਹੀਂ ਫਿਰ ਗੁਰੂ ਸਹੁਰੇ ਜਗਤ ਦੀ ਪਰਮਾਤਮਾ ਨੇ ਸਿਰਜਣਾ ਕੀਤੀ ਹੈ। ਤੇ ਜਦੋਂ ਨਾ ਭਾਵ ਸੀ, ਨਾ ਪ੍ਰੇਮ ਭਗਤੀ ਸੀ, ਨਾ ਜੜ ਸੀ, ਨਾ ਚੇਤਨ ਸੀ, ਤੇ ਪਰਮਾਤਮਾ ਉਦੋਂ ਵੀ ਸੀ। ਤੇ ਪਰਮਾਤਮਾ ਅੱਜ ਵੀ ਹੈ ਤੇ ਪਰਮਾਤਮਾ ਕੱਲ੍ਹ ਨੂੰ ਵੀ ਹੈ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਚਨ ਕਰਦੇ ਹਨ, ਇਹ ਸਾਜਨ ਮੀਤ ਬਿੰਦ ਨਹੀਂ ਰੱਖਤੀ। ਨਾ ਕੋਈ ਸੱਜਣ ਸੀ, ਨਾ ਕੋਈ ਮਿੱਤਰ ਸੀ, ਨਾ ਪਿਤਾ ਦਾ ਬਿੰਦ ਸੀ, ਨਾ ਹੀ ਮਾਤਾ ਦੀ ਰਕਤ ਸੀ। ਕਿਉਂਕਿ ਬਿੰਦ ਕਰਕੇ ਤੇ ਮਾਤਾ ਦੇ ਰਕਤ ਕਰਕੇ ਜੀਵ ਦਾ ਸੰਸਾਰ ਵਜੂਦ ਬਣਿਆ। ਜਦੋਂ ਕੁਝ ਹੈ ਹੀ ਨਹੀਂ ਸੀ, ਪਰ ਇਹ ਮਾਂ ਬਾਪ ਕਿੱਥੋਂ ਆਏ ਨੇ? ਮਾਏ ਨਾ ਹੋਤੀ ਬਾਪ ਨਾ ਹੋਤੀ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਰਮ ਕਹਾਂ ਤੇ ਆਇਆ। ਜਦੋਂ ਕੁਝ ਵੀ ਨਹੀਂ ਸੀ, ਕਹਿੰਦੇ ਫਿਰ ਇਹ ਕਿੱਥੋਂ, ਕਹਿੰਦੇ ਕਰਮ ਕਿੱਥੋਂ ਹੋਣੇ ਸਨ ਜਦੋਂ ਮਾਂ ਬਾਪ ਹੀ ਨਹੀਂ ਸੀ। ਇਸ ਕਰਕੇ ਪਰਮਾਤਮਾ ਨੇ ਇੱਕ ਤੋਂ ਬਹੁਤੇ ਰੂਪ ਹੋਣ ਦੇ ਲਈ ਹੀ ਇਹ ਫਿਰ ਮਾਂ ਬਾਪ ਪੈਦਾ ਕੀਤੇ ਨੇ। ਚਾਰ ਖਾਣੀਆਂ ਦੇ ਰੂਪ ਵਿੱਚ ਆਪ ਜੀ ਪਿੱਛੇ ਸਰਵਣ ਕਰ ਚੁੱਕੇ ਹੋ। ਚਾਰ ਖਾਣੀਆਂ ਦੇ ਰੂਪ ਵਿੱਚ ਵਾਹਿਗੁਰੂ ਨੇ ਜੀਵ ਜੰਤੂ ਪੈਦਾ ਕੀਤੇ ਤੇ ਉਹਨਾਂ ਦੀ ਗਿਣਤੀ ਕਰ ਦਿੱਤੀ ਕਿ ਆਹ ਅੰਡਿਆਂ ਤੋਂ ਪੈਦਾ ਹੋਣ ਵਾਲੇ, ਆਹ ਜਿਰਜ ਤੋਂ ਪੈਦਾ ਹੋਣ ਵਾਲੇ, ਆਹ ਪਸੀਨੇ ਤੋਂ ਪੈਦਾ ਹੋਣ ਵਾਲੇ, ਤੇ ਆਹ ਜਿਹੜੇ ਨੇ ਉਹ ਥੋੜ੍ਹੇ ਸਮੇਂ ਲਈ ਪੈਦਾ ਹੁੰਦੇ ਨੇ ਫਿਰ ਖਤਮ ਹੋ ਜਾਂਦੇ। ਜਦੋਂ ਵਰਖਾ ਇਤਿਆਦਿਕ ਹੁੰਦੀ ਹੈ ਉਦੋਂ ਧਰਤੀ ਉੱਤੇ ਭਮੱਕੜ ਨਿਕਲਦੇ ਨੇ, ਗੰਡੋਏ ਇਤਿਆਦਿਕ ਹੁੰਦੇ, ਉਹ ਥੋੜ੍ਹੇ ਸਮੇਂ ਲਈ ਹੁੰਦੇ ਨੇ, ਖਤਮ ਹੋ ਜਾਂਦੇ ਹਨ। ਤੇ ਇਸ ਤਰ੍ਹਾਂ ਪਰਮਾਤਮਾ ਨੇ ਇਹ ਇੱਕ ਤੋਂ ਬਹੁਤੇ ਰੂਪ ਹੁਣ ਚਾਰ ਖਾਣੀਆਂ ਬਣਾਈਆਂ। ਪਰ ਸਤਿਗੁਰੂ ਕਹਿੰਦੇ ਉਸ ਤੋਂ ਪਹਿਲਾਂ ਜਦੋਂ 84 ਲੱਖ ਜੂਨਾਂ ਦੀ ਸਿਰਜਣਾ ਨਹੀਂ ਕੀਤੀ, ਜਦੋਂ ਸੰਸਾਰ ਨਹੀਂ ਬਣਾਇਆ ਸੀ, ਤੇ ਉਦੋਂ ਨਾ ਤਾਂ ਕਹਿੰਦੇ ਕੋਈ ਸੱਜਣ ਸੀ, ਨਾ ਮਿੱਤਰ ਸੀ, ਨਾ ਹੀ ਬਿੰਦ ਸੀ, ਪਿਤਾ ਦਾ ਬਿੰਦ ਸੀ, ਨਾ ਹੀ ਮਾਤਾ ਦੀ ਰਕਤ ਸੀ। ਆਪੇ ਸਾਹੋ
आपे बनजारा, साचे एहो भाएंदा। गुरु पातशाह वचन करते हैं, कहते पर परमात्मा वाहिगुरु आप ही शाह है, आप ही बनजारा है, बनज करन वाला व्यापारी है। ते सच्चे मालक नूं इहो भाएंदा, यही चंगा लगदा। भाव परमात्मा जिहड़ा सच्चा पातशाह है, झूठा पातशाह नहीं परमात्मा। सतगुर दे आप वचन पढ़ते हैं रोजाना कि सज्जन सच्चा पातशाहो, सिर साहां दै साहो, जिस पास बैठिया सोही है, सबना दा बेसाहो। ते परमात्मा एडा वड्डा पातशाह है। तो इस करके गुरु सर कलगीधर पातशाह महाराज वचन करते हैं, कहते राजान राज, भानान भान, देवान देव, उपमा महान। हे वाहिगुरु, हे अकाल पुरख, आप जी राजियां दे राजे हो, भानान भान, सूरजां दे सूरज हो, देवान देव, देवतियां दे बड़े देवते हो। आप जी जिन्ने भी देवी देवते इत्यादक ये सारे परमात्मा तेरे पैदा कीते ने, ये सारे इकट्ठे हो जाण ना फिर भी तेरा अंत नहीं पा सकते। एक पासे ना देवी देवतियां दी, पीर पैगंबर औलियां दी शक्ति एक पासे इकट्ठी हो जाए, जे इकट्ठे हो गए ये आखण कि असी परमात्मा दे अंत पा लवांगे, तो गुरु सवारे नहीं पा सकते हैं। परमात्मा बेअंत है। गुरु अमरदास पातशाह की सिफत सलाह विच आपां भट्ट साहिबान जी के बचन पढ़ते हैं ना, तो भट्ट जी कहते ने, घन हर बूंद बसोरो मावल, कुसम बसंत गनंत न आवै, रब सस किरण उदर सागर को, रुद्र ध्यान अंत को पावै, भले अमरदास गुण तेरे, तेरी उपमा तोहे बन आवै। भट्ट जी कहते ने, हे धन गुरु अमरदास पातशाह महाराज, आप जी की जिहड़ी उपमा वडियाई है वो आप जी नूं ही बन आउंदी है। आप जिवें सतगुरु बेअंत ने ते परमेश्वर किड्डा वड्डा बेअंत होवेगा। इस करके पातशाह ने कह दिता कि वह शाहां दा शाह है, वो बादशाह दा बादशाह है, वो आप ही शाहूकार है, आप ही वो बनजारा बनज करन वाला है, तो साचे इहो भाएंदा। ते जदों जीव जंतु नहीं बने सन, कोई जीव नहीं सी, ते उदों संसार नहीं बनाया सी परमात्मा ने, कहते उदों फिर ये क्यों सी, कहते साचे इहो भां, सच्चे परमात्मा इंज ही भाउंदा सी। हाले परमात्मा ने ये विचार नहीं की कि मैं एक तो बहुते रूप होवां। इस करके सच्चे मालक वाहिगुरु नूं इसे तरह ही भा रहा सी। वेद कतेव ना सिमरत सासत, पाठ पुराण उदय नहीं आसत। गुरु पातशाह जी अगले पदे च बख्शिश करते हैं, कहते जदों अरबद नरब धुंधूकारा सी, ना तो चार वेद सन, ना ही इस्लामी मजहब दे चार कतेब सी, ना ही गुरु सवारियो 27 सिमरतियां सन, ना ही 6 शास्त्र सी। भाव कहण दा कोई भी ग्रंथ नहीं सी। जदों ग्रंथ का रचेता कोई नहीं सी, जदों कोई जीव ही नहीं पैदा होया, तो ग्रंथ रचने किहने सन। कहते ना ही कोई पाठ पुराणा का पाठ करने वाला सी, ना पुराण सी, ना कहते उदय ना आसत। उदय तो भाव सूरज उदय हो गया, सूरज का प्रकाश हो गया। कहते ना सूरज चढ़दा सी, ना सूरज डुबदा सी। जो सूरज ही नहीं डुबना कि सूरज तां चढ़ेगा तां डुबेगा जो सूरज होवेगा। तो गुरु पातशाह कहते उदों इस तरह परमात्मा की एक खेड सी कि ना सूरज सी ना चंद्रमा सी, कुछ भी नहीं सी। ते परमात्मा
ਉਦੋਂ ਵੀ ਸੀ ਤੇ ਪਰਮਾਤਮਾ ਅੱਜ ਵੀ ਹੈ ਤੇ ਪਰਮਾਤਮਾ ਕੱਲ੍ਹ ਨੂੰ ਵੀ ਹੈ। ਤੇ ਆਪਾਂ ਅੱਜ ਨੇ ਤੇ ਆਪਾਂ ਕੱਲ੍ਹ ਨੂੰ ਨਹੀਂ ਰਹਿਣਾ। ਵਾਹਿਗੁਰੂ ਦੀ ਬਣਾਈ ਹੋਈ ਇਹ ਸ੍ਰਿਸ਼ਟੀ ਅੱਜ ਹੈ ਤੇ ਕੱਲ੍ਹ ਨੂੰ ਹੋ ਸਕਦਾ ਨਹੀਂ ਹੋਵੇ, ਪਰਮਾਤਮਾ ਨੂੰ ਹੈ ਪਤਾ ਹੈ, ਕਿਉਂਕਿ ਆਪ ਹੀ ਉਹ ਬਣਾਉਣ ਵਾਲਾ, ਆਪ ਹੀ ਸਮੇਟਣ ਵਾਲਾ ਹੈ। ਉਹਦੀਆਂ ਖੇਡਾਂ ਉਹੀ ਜਾਣਦਾ। ਉਹ ਐਡਾ ਬੜਾ ਦੇਖੋ, ਜੇਕਰ ਆਪਾਂ ਗੱਲ ਕਰੀਏ ਨਾ ਗੁਰੂ ਪਾਤਸ਼ਾਹ ਦੀ, ਧੰਨ ਗੁਰੂ ਨਾਨਕ ਦੇ ਮਹਾਰਾਜ ਜਿਸ ਵਾਰ ਸਿੱਧ ਪੁਰਸ਼ਾਂ ਸਤਿਗੁਰ ਦੀ ਵਿਚਾਰ ਚਰਚਾ ਹੋ ਰਹੀ ਹੈ। ਸਿੱਧ ਪੁਰਸ਼ਾਂ ਨੇ ਬੜੀ ਕੋਸ਼ਿਸ਼ ਕੀਤੀ ਗੁਰੂ ਨਾਨਕ ਪਾਤਸ਼ਾਹ ਨੂੰ ਹਰਾਉਣ ਦੀ, ਸ਼ਕਤੀਆਂ ਨਾਲ ਡਰਾਇਆ, ਡਰਾਉਣ ਦੀ ਕੋਸ਼ਿਸ਼ ਕੀਤੀ। ਕਦੇ ਦਰੱਖਤਾਂ ਨੂੰ ਉਖਾੜਦੇ ਹਨ ਆਪਣੀ ਸ਼ਕਤੀ ਦੇ ਨਾਲ, ਕਦੇ ਮੁੱਖ ਵਿੱਚੋਂ ਅੱਗ ਕੱਢਦੇ ਨੇ, ਕਦੇ ਤੇਜ਼ੀ ਦਾ ਤੂਫਾਨ ਚਲਾਉਂਦੇ ਹਨ। ਇਹ ਸਿੱਧ ਪੁਰਸ਼ ਗੁਰੂ ਸਵਰੇ ਆਪਣੀ ਸ਼ਕਤੀ ਦਾ ਇਸਤੇਮਾਲ ਕਰ ਰਹੇ ਨੇ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਤੋਂ ਡਰ ਜਾਣ। ਕਿਉਂ ਰਿੱਧੀਆਂ ਸਿੱਧੀਆਂ ਕੁਦਰਤੀ ਤੌਰ 'ਤੇ ਜਦੋਂ ਮਨੁੱਖ ਜਦੋਂ ਬੰਦਗੀ ਕਰਦਾ ਨਾ, ਅਤੇ ਬੰਦਗੀ ਕਰਦਿਆਂ ਹੋਇਆਂ ਮਨੁੱਖ ਕੋਲ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ। ਅਤੇ ਇਹ ਰਿੱਧੀਆਂ ਸਿੱਧੀਆਂ ਸਿੱਧ ਪੁਰਸ਼ਾਂ ਕੋਲ ਸੀ। ਬੜਾ ਭਗਤੀ ਮਾਰਗ 'ਤੇ ਚੱਲਣ ਵਾਲਾ ਮਨੁੱਖ ਹੈ ਨਾ, ਉਹਦੀ ਮੰਜ਼ਿਲ ਰਿੱਧੀਆਂ ਸਿੱਧੀਆਂ ਨਹੀਂ ਹਨ। ਉਹਦੀ ਮੰਜ਼ਿਲ ਹੈ ਪਰਮਾਤਮਾ, ਪਰਮਾਤਮਾ ਨਾਲ ਇੱਕਮਿਕ ਹੋਣਾ। ਰਿੱਧੀਆਂ ਸਿੱਧੀਆਂ ਜਿਵੇਂ ਕੋਈ ਨਦੀ ਵਗ ਰਹੀ ਹੈ, ਵਗਦੀ ਹੋਈ ਨਦੀ ਨੂੰ ਅੱਗੇ ਬੰਨ੍ਹ ਲਾ ਦਿੱਤਾ ਜਾਵੇ ਅਤੇ ਉਹ ਵਗਦਾ ਹੋਇਆ ਪਾਣੀ ਰੁਕ ਜਾਂਦਾ। ਫਿਰ ਜਦੋਂ ਜਿਹੜਾ ਵਗਦਾ ਹੋਇਆ ਪਾਣੀ ਰੁਕ ਜਾਵੇ, ਇੱਕ ਥਾਂ 'ਤੇ ਇਕੱਠਾ ਹੋ ਜਾਵੇ, ਹੌਲੀ ਹੌਲੀ ਉਸ ਪਾਣੀ ਵਿੱਚ ਬਦਬੂ ਆਉਣ ਲੱਗ ਪੈਂਦੀ ਹੈ। ਰਿੱਧੀਆਂ ਸਿੱਧੀਆਂ ਇੱਕ ਤਰ੍ਹਾਂ ਗੁਰੂ ਸਵਾਰਿਓ ਇਸ ਤਰ੍ਹਾਂ ਦੀਆਂ, ਜੇ ਵਗਦਾ ਹੋਇਆ ਪਾਣੀ ਜਿਹੜਾ ਹੈ ਉਹਨੂੰ ਰੋਕ ਦੇਣਾ, ਉੱਥੇ ਰੋਕ ਲੱਗ ਜਾਣੀ ਅਤੇ ਮਨੁੱਖ ਫਿਰ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਹੈ। ਸਿੱਧ ਪੁਰਸ਼ਾਂ ਕੋਲ ਸ਼ਕਤੀਆਂ ਸੀ, ਰਿੱਧੀਆਂ ਸਿੱਧੀਆਂ ਸੀ, ਜਿਹਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਤਿਗੁਰ ਨਾਲ ਵਿਚਾਰ ਚਰਚਾ ਕੀਤੀ, ਵਿਚਾਰ ਚਰਚਾ ਵਿੱਚ ਵੀ ਹਾਰ ਗਏ। ਸਾਰੀਆਂ ਕੋਸ਼ਿਸ਼ਾਂ ਕਰਕੇ ਵੇਖ ਲਈਆਂ, ਅਖੀਰ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਸਿੱਧ ਪੁਰਸ਼ ਆਖਣ ਲੱਗੇ, ਕਹਿਣ ਲੱਗੇ, ਪਾਤਸ਼ਾਹ ਜੀ ਅਸੀਂ ਤੁਹਾਡੇ ਨਾਲ ਸ਼ਕਤੀ ਦਾ ਇਸਤੇਮਾਲ ਕੀਤਾ, ਸ਼ਕਤੀ ਵਿੱਚ ਅਸੀਂ ਹਾਰ ਗਏ। ਤੁਹਾਡੇ ਨਾਲ ਪਾਤਸ਼ਾਹ ਅਸੀਂ ਜਿਹੜਾ ਹੈ ਵਿਚਾਰ ਚਰਚਾ ਕੀਤੀ, ਵਿਚਾਰ ਚਰਚਾ ਵਿੱਚ ਹਾਰੇ ਹਾਂ। ਹੁਣ ਇੱਕ ਖੇਡ ਆਪਾਂ ਤੁਹਾਡੇ ਨਾਲ ਖੇਡਣੀ ਹੈ। ਜੇ ਅਸੀਂ ਜਿੱਤ ਗਏ ਤਾਂ ਤੁਹਾਨੂੰ ਸਾਡੇ ਚਰਨਾਂ 'ਚ ਨਮਸਕਾਰ ਕਰਨੀ ਪਵੇਗੀ। ਜੇ ਤੁਸੀਂ ਜਿੱਤ ਗਏ ਫਿਰ ਅਸੀਂ ਤੁਹਾਨੂੰ ਸਜਦਾ ਕਰਾਂਗੇ, ਅਸੀਂ ਆਪਣੀ ਹਾਰ ਕਬੂਲ ਕਰ ਲਵਾਂਗੇ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਠੀਕ ਆ ਭਾਈ, ਖੇਡੋ, ਦੱਸੋ ਕੀ ਖੇਡ ਹੈ। ਕਹਿਣ ਲੱਗੇ ਅਸੀਂ ਛੁਪਾਂਗੇ, ਅਸੀਂ ਛੁਪਾਂਗੇ ਅਤੇ ਤੁਸੀਂ ਸਾਨੂੰ ਲੱਭਣਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਠੀਕ ਹੈ ਭਾਈ, ਤੁਸੀਂ ਛੁਪੋ, ਮੈਂ ਤੁਹਾਨੂੰ ਲੱਭਾਂਗਾ। ਇਹਨਾਂ ਸਿੱਧ ਪੁਰਸ਼ਾਂ ਨੇ ਗੁਰੂ ਸਵਾਰਿਓ ਆਪਣੀ ਸ਼ਕਤੀ ਦੇ ਰਾਹੀਂ, ਕਿਸੇ ਨੇ ਅਣੂ ਜੈਸਾ ਸਰੂਪ ਬਣਾ ਲਿਆ, ਕਿਸੇ ਨੇ ਵਿਰਾਟ ਸਰੂਪ ਬਣਾਇਆ, ਆਪਣੇ ਆਪ ਨੂੰ ਇਸ ਤਰ੍ਹਾਂ ਲੁਕਾਉਣਾ ਕੀਤਾ। ਜਿਹੜੀਆਂ ਜਿਹੜੀਆਂ ਥਾਵਾਂ 'ਤੇ ਇਹ ਲੋਕੇ ਸਨ, ਜੇ ਜਿੰਨੇ ਸਿੱਧ ਸੀ, ਜਿੰਨੇ ਇਹਨਾਂ ਰੂਪ ਧਾਰਨ ਕੀਤੇ ਸੀ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੀ ਖੇਡ ਵਰਤਾਈ ਅਤੇ ਗੁਰੂ ਸਾਹਿਬ ਉਨੇ ਰੂਪ ਸਤਿਗੁਰ ਨੇ ਧਾਰਨ ਕਰ ਲਏ। ਇਕੱਲੇ ਇਕੱਲੇ ਸਿੱਧ ਪੁਰਸ਼ ਦੇ ਕੋਲ ਜਾ ਕੇ ਕੰਨੋਂ ਪਕੜ ਲਿਆ, ਜਾ ਕੇ ਕਹਿੰਦੇ ਆਓ ਭਾਈ ਤੁਹਾਨੂੰ ਲੱਭਣਾ ਕੀਤਾ ਹੈ। ਸਾਰਿਆਂ ਨੂੰ ਲੱਭ ਲਿਆ। ਫਿਰ ਹੁਣ ਵਾਰੀ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ। ਕਹਿਣ ਲੱਗੇ ਸਤਿਗੁਰੂ ਸਾਨੂੰ ਤਾਂ ਤੁਸੀਂ ਲੱਭ ਲਿਆ, ਹੁਣ ਤੁਸੀਂ ਲੁਕਣਾ ਕਰੋ, ਅਸੀਂ ਤੁਹਾਨੂੰ ਲੱਭਾਂਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਅਸੀਂ ਲੁਕ ਗਏ ਨਾ, ਤੁਹਾਤੋਂ ਲੱਭਿਆ ਨਹੀਂ ਜਾਣਾ, ਇਹ ਸੱਚ ਹੈ। ਤੁਹਾਤੋਂ ਜਿੰਨੀ ਮਰਜ਼ੀ ਕੋਸ਼ਿਸ਼ ਸਾਨੂੰ ਲੱਭ ਨਹੀਂ ਸਕਦੇ ਹਨ। ਅਤੇ ਨਾਲ ਹੀ ਭਾਈ ਮਰਦਾਨਾ, ਭਾਈ ਬਾਲਾ ਜੀ ਕੋਲ ਨੇ, ਕਹਿਣ ਲੱਗੇ ਜੇ ਅਸੀਂ ਨਹੀਂ ਪ੍ਰਗਟ ਹੋਏ ਨਾ, ਲੱਭ ਕੇ ਸਾਰੇ ਥੱਕ ਕੇ ਹਾਰ ਕੇ ਬੈਠ ਗਏ, ਤੁਸੀਂ ਇੰਝ ਕਰਨੀ, ਤੁਸੀਂ ਇੱਕ ਟਕਾ ਰੱਖ ਕੇ ਅਰਦਾਸ ਬੇਨਤੀ ਕਰਨੀ ਹੈ ਅਤੇ ਅਸੀਂ ਪ੍ਰਗਟ ਹੋ ਜਾਵਾਂਗੇ। ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਸ ਸਮੇਂ ਜਿਹੜੇ ਨੇ ਆਪਣੇ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ, ਪੰਜਾਂ ਤੱਤਾਂ ਨੂੰ ਪੰਜੇ ਤੱਤਾਂ ਵਿੱਚ ਮਿਲਾ ਦਿੱਤਾ। ਧਰਤੀ ਨੂੰ ਧਰਤੀ ਵਿੱਚ ਮਿਲਾ ਦਿੱਤਾ, ਆਕਾਸ਼ ਨੂੰ ਆਕਾਸ਼ ਵਿੱਚ ਮਿਲਾ ਦਿੱਤਾ, ਜਲ ਵਿੱਚ ਮਿਲਾ ਦਿੱਤਾ। ਅਤੇ ਇਸੇ ਤਰ੍ਹਾਂ ਗੁਰੂ ਸਵਾਰਿਓ
ये जिहड़े पंज तत्त ने हवा ते अग, इन्हां विच वखरे वखरे तत्त करके वखरे च मिलाता। हुण सिद्ध पुरुष लभदे ने, कोई गुफावां च देखदा अपनी शक्ति राहीं, कोई आकाश ਵੱਲ ਨੂੰ तकदा है, कोई दरख्तां उत्ते देखदा, कोई दरख्तां दी जड़ां विच देखदा कि शायद इत्थे सतगुरु अणु ਸਰੂਪ धारण करके बैठे होण। सारा दिन लभदे रहे, सारा दिन लभ के जदों थक के हार के बैठ गए ना, कहण लगे गुरु नानक दा कोई अंत नहीं पा सकदा, गुरु नानक बेअंत है। हार गए, हार कबूल कर ली। कहण लगे कि पातशाह हुण किरपा करो, प्रगट होना करो। सतगुरु फिर नहीं प्रगट होए। फिर गुरु सवारे भाई बाले जी ने, भाई बाले जी ने गुरु नानक पातशाह का नाम लैके एक टका रखिया, अरदास बेनती की, हे धन गुरु नानक निरंकार पातशाह जी, सिद्ध पुरुषां ने अपनी हार कबूल कर ली है, आप जी कृपा करो, आप जी प्रगट होना करो, दर्शन दीदारे देना करो। जो अरदास की ते गुरु नानक दे दर ते अरदास प्रवान होई। फिर सतगुरु ने वो पंज तत्त एक थां ते इकट्ठे कर दिते, एक थां ते इकट्ठे होए ते गुरु नानक पातशाह प्रगट हो गए। फिर सिद्ध पुरुषां ने अपनी हार मन्नी सी। हुण देखो, निरंकार दा अंत कोई नहीं पा सकदा। निरंकार दा स्वरूप ने गुरु नानक साहब महाराज जो सरगुण स्वरूप धारण करके आए। जो गुरु नानक दा कोई अंत नहीं पा सकिया तो निरंकार दा अंत आपां कित्थों प्राप्त कर लवांगे। किड्डा वड्डा होवेगा अकाल पुरख जिहदा कोई आकार ही नहीं है। गुरु नानक पातशाह ने जना दिता कि असल साडा स्वरूप ये है, पंजां तत्तां विचों पैदा होए ते पंजां विच जाके मलीन होना, उहदे च लीन होना है। ते गुरु सवारिओ पातशाह इत्थे बचन करदे हन, कहंदे उदों समा इहो जिहा सी, ना कहंदे कोई पाठ सी, ना पुराण सी, ना सूरज उदय हुंदा सी, ना सूरज अस्त हुंदा सी, पर सूरज ही नहीं सी ते उदों कुछ भी नहीं सी। परमेश्वर पर उदों भी सी, परमेश्वर अज भी है ते परमेश्वर अगे भी होवेगा। कहता बकता आप अगोचर, आपे अलख लखाएं दा। कहता कहण वाला, बकता बोलण वाला, कहते वो वाहिगुरु आप ही है, जीव नहीं बोलते। क्योंकि आप जो भी गल्लां बातां करते हैं साडे दे विच वो परमात्मा ही सानू बुला रहा है। आप सतगुर दे बचन पढ़ते ना, ज्यों बुलाव है त्यों बोल है स्वामी, कुदरत कौन हमारी, साध संग नानक जस गायो, जो प्रभ की अत प्यारी। गुरु पातशाह जी सब कुछ प्रतख तौर पर दस रहे ने, कहते असी नहीं बोलते, वाहिगुरु सानू जिवें बुलाउंदा उस तरह असी बोल रहे हैं। भाव जिहड़ा साडे अंदर बैठा होया ना वो बुला रहा सानू। देखो जो सतगुरु जी ने बाणी उचारण करते सी ना, गुरु नानक पातशाह महाराज कहते हो आपो बोल न जानदा, मैं कहया सब हुक्म आओ जियो। सतगुरु कहते मैं नहीं जानता, मैं नहीं बोल सकता, मैं तो उस मालक के हुक्म दे विच ही कह रहा हाँ, वो मालक ही मेरे पासों बुला रहा हाँ। इस करके कहण वाला भी वो है ते बकता उपदेश देण वाला भी उही है, ते वो अगोचर है। अगोचर इंद्रियां तो परे है, उन्होंने कोई लभ नहीं सकता। आपे अलख लखाएं दा, आप ही लखना तो लहत है। जिहड़े नूं भाउंदे हन उन्होंने फिर लखाएं दा वो जना दिंदा है, वो देख लैंदे नूं। जिहदे उत्ते उस मालक दी बख्शिश हुंदी है ना, वाहिगुरु किरपा करके फिर उन्होंने अपने नाल मेल लैंदा है, उस मालक नूं लभ लैंदे हन। जात सभाणा ता जगत उपाया, बाज कला आडान रहाया। फिर गुरु पातशाह महाराज अखीर ते गल मुकाउंदे ने। सतगुर दे चरनां च फिर सवाल किया कि पातशाह फिर जगत किवें पैदा होया,
ਜਦੋਂ ਕੁਝ ਵੀ ਨਹੀਂ ਸੀ, ਅਰਬ ਨਾ ਧੁੰਦੂਕਾਰਾ ਸੀ, ਤੇ ਜਗਤ ਕਿਵੇਂ ਪੈਦਾ ਹੋਇਆ, ਕਿਹਨੇ ਬਣਾਇਆ? ਕਹਿੰਦੇ ਜਾਤ ਸੁਭਾਣਾ ਤਾਂ ਜਗਤ ਉਪਾਇਆ। ਜਦੋਂ ਉਸ ਮਾਲਕ ਵਾਹਿਗੁਰੂ ਨੂੰ ਭਾਣਾ ਭਾਇਆ, ਚੰਗਾ ਲੱਗਿਆ, ਵਾਹਿਗੁਰੂ ਦੇ ਮਨ 'ਚ ਇਹ ਵਿਚਾਰ ਆਈ ਕਿ ਇੱਕ ਤੋਂ ਬਹੁਤੇ ਰੂਪ ਹੋਵਾਂ, ਤੇ ਵਾਹਿਗੁਰੂ ਨੇ ਫਿਰ ਆਪਣੇ ਸੰਕਲਪ ਦੇ ਰਾਹੀਂ ਇਹ ਜਗਤ ਪੈਦਾ ਕਰ ਦਿੱਤਾ, ਸੰਸਾਰ ਬਣਾਇਆ। ਸੰਸਾਰ ਜਿਵੇਂ ਆਪਾਂ ਭਗਤ ਨਾਮਦੇਵ ਸਾਹਿਬਾਨ ਦੇ ਬਚਨ ਪੜ੍ਹਦੇ ਆ ਨਾ, ਭਗਤ ਨਾਮਦੇਵ ਸਾਹਿਬਾਨ ਨੇ ਹੀ ਸਵਾਲ ਕੀਤੇ ਗਏ ਨੇ ਕਿ ਸੰਸਾਰ ਕਿਵੇਂ ਬਣਿਆ, ਸੰਸਾਰ ਦੀ ਖੇਡ ਕਿਵੇਂ ਪਰਮਾਤਮਾ ਇਸ ਜੀਵਾਂ ਪਾਸੋਂ ਕਾਰਜ ਕਰਵਾ ਰਿਹਾ ਹੈ। ਤੇ ਭਗਤ ਜੀ ਕਹਿੰਦੇ ਨੇ, ਪਹਿਲ ਪੁਰੀਏ ਪੁੰਡਰਕ ਬਨਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ, ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭ੍ਰਮੀਆਂ ਚਾ, ਕੇਸ ਬਾਬ ਚੋਨੀ, ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ, ਤੂ ਕੌਨ ਰੇ ਮੈਂ ਜੀ ਨਾਮਾ ਹੋ ਜੀ। ਭਗਤ ਨਾਮਦੇਵ ਸਾਹਿਬਾਨ ਜੀ ਨੇ ਇਸ ਗੱਲ ਦੀ ਗਵਾਹੀ ਦੇਣਾ ਕੀਤੀ। ਜਦੋਂ ਭਗਤ ਜੀ ਨੂੰ ਸਵਾਲ ਕੀਤਾ ਗਿਆ ਜਗਤ ਦੀ ਸਿਰਜਣਾ ਬਾਬਤ, ਕਹਿੰਦੇ ਪਰਮਾਤਮਾ ਨੇ ਇੱਕ ਤੋਂ ਬਹੁਤੇ ਰੂਪ ਹੋਣ ਦੇ ਲਈ ਪਹਿਲ ਪੁਰੀਏ ਪੁੰਡਰਕ ਬਣਾ, ਕੋਲ ਫੁੱਲ ਦੀ ਨਿਆਈ, ਇੱਕ ਬਣਾ ਬਗੀਚਾ ਜਿਹੜਾ ਸੰਸਾਰ ਬਣਾਉਣਾ ਕੀਤਾ। ਪਹਿਲਾਂ ਵਾਹਿਗੁਰੂ ਨੇ ਇਹ ਕੋਲ ਫੁੱਲ ਦੀ ਇੱਕ ਵਸਦਾ ਹੋਇਆ ਬਾਗ ਤਿਆਰ ਕੀਤਾ। ਤਾਂਚੇ ਹੰਸਾ ਸਗਲੇ ਜਨ, ਜਿੰਨੇ ਵੀ ਜਨ ਨੇ, ਜੀਵ ਨੇ, 84 ਲੱਖ ਜੂਨਾਂ ਹਨ, ਇਹ ਵਾਹਿਗੁਰੂ ਨੇ ਪਰ ਹੰਸਾਂ ਦੀ ਨਿਆਈ ਤਿਆਰ ਕਰ ਦਿੱਤੀਆਂ। ਜੀਵ ਜਿੰਨੇ ਜੀਵ ਜੰਤੂ ਹੰਸਾਂ ਦੀ ਨਿਆਈ ਹਨ। ਤੇ ਕ੍ਰਿਸ਼ਨਾ ਤੇ ਜਾਨੂ, ਨਾਚੰਤੀ ਨਾਚਨਾ। ਕ੍ਰਿਸ਼ਨਾ ਕਹਿੰਦੇ ਪ੍ਰੇਰਕ ਹਰੀ ਤੋਂ ਸਮਝਣਾ ਕਰੋ ਭਾਈ। ਕਹਿੰਦੇ ਹਾਲਟ ਦੀਆਂ ਟਿੰਡਾਂ ਜਿਵੇਂ ਖੂਹ 'ਚ ਨੱਚ ਕਰਦੀਆਂ ਨੇ, ਪਾਣੀ ਨੱਚਦਾ ਨਾ, ਇਸੇ ਤਰ੍ਹਾਂ ਕਹਿੰਦੇ ਮਾਨੋ ਮਾਇਆ ਦੇ ਪ੍ਰਭਾਵ ਥੱਲੇ ਸਾਰੇ ਜੀਵ ਜਿਹੜੇ ਨੇ ਇਹ ਨੱਚ ਰਹੇ ਨੇ, ਨਾਚ ਕਰ ਰਹੇ ਨੇ। ਵਾਹਿਗੁਰੂ ਦਾ ਪ੍ਰਭਾਵ ਸਾਰਿਆਂ ਉੱਤੇ ਪੈ ਰਿਹਾ ਹੈ। ਕੌਣ ਕੌਣ ਨੱਚਦਾ ਹੈ? ਕਹਿੰਦੇ ਨਾਚੰਤੀ ਗੋਪੀ ਜਨਾ, ਨਈਆ ਤੇ ਬਹਿਰੇ ਕੰਨਾ। ਗੋਪੀ ਤੇ ਜਨ, ਇਸਤਰੀਆਂ ਤੇ ਪੁਰਸ਼ ਸਾਰੇ ਨੱਚ ਰਹੇ ਨੇ। ਤੇ ਇਸੇ ਤਰ੍ਹਾਂ ਅਗਲੀ ਪੰਕਤੀ ਬਖਸ਼ ਕਰਦੇ ਹਨ, ਕਹਿੰਦੇ ਉਸ ਮਾਲਕ ਦੀ ਕੀਤੀ ਬਣਾਈ ਹੋਈ ਕੁਦਰਤ ਉੱਤੇ ਪਾਈ ਤਰਕ ਨਾ ਕਰ, ਤਰਕ ਨਾ ਚਾ ਭਰਮੀਆਂ ਚਾ। ਕਹਿੰਦੇ ਭਾਈ ਤਰਕ ਨਾ ਕਰ ਉਸ ਮਾਲਕ ਦੀ ਬਣਾਈ ਹੋਈ ਕੁਦਰਤ ਉੱਤੇ, ਆਪਣੇ ਮਨ 'ਚੋਂ ਭਰਮ ਨੂੰ ਦੂਰ ਕਰ ਦੇ, ਭਰਮ ਮਿਟਾਣਾ ਕਰ। ਇਹ ਗੱਲ ਯਾਦ ਰੱਖ ਕਿ ਕੇਸਵਾ ਬਚੋਨੀ, ਆਈਏ ਮਈਏ ਏਕ ਆਨ ਜੀਓ। ਕੇਸਵਾ ਪ੍ਰੇਰਕ ਹਰੀ ਵਾਹਿਗੁਰੂ, ਉਹਦੇ ਬਚਨਾਂ ਦੇ ਰਾਹੀਂ ਹੀ ਅਈਏ ਮਈਏ ਸੰਸਾਰ ਵਿੱਚ ਸਾਡਾ ਆਉਣਾ ਜਾਣਾ ਹੋਇਆ। ਇਸਤਰੀ ਤੇ ਪੁਰਸ਼ ਸੰਸਾਰ ਵਿੱਚ ਆਏ। ਕਹਿੰਦੇ ਹੈ ਇੱਕ ਪਰਮਾਤਮਾ ਦੇ ਵਿੱਚੋਂ ਪੈਦਾ ਹੋਏ ਤੇ ਇੱਕ ਪਰਿਪੂਰਨ ਪਰਮਾਤਮਾ ਹੀ ਆਪਣੇ ਵਿੱਚ ਅਭੇਦ ਕਰਨ ਵਾਲਾ ਹੈ। ਇਸ ਕਰਕੇ ਵਾਹਿਗੁਰੂ ਦੀ ਬਣਾਈ ਹੋਈ ਕੁਦਰਤ ਉੱਤੇ ਐ ਜੀਵ ਤੂੰ ਤਰਕ ਨਾ ਕਰ। ਕਿਉਂਕਿ ਭਗਤ ਨਾਮਦੇਵ ਸਾਹਿਬਾਨ ਜੀ ਕਹਿਣ ਲੱਗੇ ਕਿ ਜੇ ਪੁੱਛੇ ਤੈਨੂੰ ਕੋਈ ਤੂੰ ਕੌਣ ਰੇ, ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ। ਆਲਾ ਤੇ ਨਿਬਾਰਣਾ ਜਮ ਕਾਰਣਾ। ਹੇ ਪਰਮੇਸ਼ਰ, ਜੇਕਰ ਮੈਨੂੰ ਕੋਈ ਪੁੱਛੇ ਨਾ ਕਿ ਤੂੰ ਕੌਣ ਹੈ,
ਤੇ ਅੱਗੋਂ ਮੈਂ ਉੱਤਰ ਦੇਵਾਂਗਾ, ਮੈਂ ਇੱਕ ਜੀ ਹਾਂ। ਮੈਂ ਜੀਵ ਹਾਂ ਤੇ ਜੀਵ ਦਾ ਨਾਮ ਨਾਮਦੇਵ ਰੱਖਿਆ ਹੋਇਆ ਹੈ। ਮੇਰਾ ਨਾਮ ਨਾਮਦੇਵ ਹੈ। ਸਰੀਰ ਦਾ ਨਾਮ ਨਾਮਦੇਵ ਰੱਖਿਆ ਗਿਆ, ਰੂਹ ਦਾ ਨਹੀਂ ਰੱਖਿਆ ਗਿਆ। ਸਰੀਰਾਂ ਦੀ ਪਹਿਚਾਣ ਵਾਸਤੇ ਇੱਕ ਦੂਜੇ ਦੇ ਨਾਮ ਰੱਖੇ ਜਾਂਦੇ ਨੇ। ਤੇ ਭਗਤ ਨਾਮਦੇਵ ਸਾਹਿਬਾਨ ਜੀ ਕਹਿਣ ਲੱਗੇ, ਮੈਂ ਹੈ ਤਾਂ ਜੀ ਹਾਂ, ਪਰ ਦੁਨੀਆ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਰੱਖ ਦਿੱਤਾ ਨਾਮਦੇਵ। ਇਸ ਕਰਕੇ ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਮਾਲਕ ਪ੍ਰਭੂ ਜੀ ਜਿਹੜਾ ਸੰਸਾਰ ਘਰ ਹੈ, ਆਲਾ ਸੰਸਾਰ ਕਰ ਇਹ ਜੰਜਾਲਾਂ ਦਾ ਘਰ ਹੈ। ਤੇ ਮੇਰੇ ਮਾਲਕ ਜੀ ਕਿਰਪਾ ਕਰਨੀ, ਮੈਨੂੰ ਇਹ ਜਮਾਂ ਦਾ ਕਾਰਨ ਬਣ, ਜਿਹਦੇ ਕਰਕੇ ਜੀ ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ, ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਸੰਸਾਰ ਸਮੁੰਦਰ ਤੋਂ ਮਾਲਕ ਜੀ ਬਚਾਉਣਾ ਕਰ। ਸੋ ਗੁਰੂ ਸਵਾਰੇ ਇਹੀ ਬਚਨ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ। ਕਹਿੰਦੇ ਜਾਤ ਸੁਭਾਣਾ ਤਾਂ ਜਗਤ ਉਪਾਇਆ। ਜਦੋਂ ਵਾਹਿਗੁਰੂ ਨੂੰ ਭਾਇਆ, ਚੰਗਾ ਲੱਗਿਆ ਅਕਾਲ ਪੁਰਖ ਨੂੰ, ਤੇ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਜਗਤ ਉਪਾਇਆ, ਜਗਤ ਪੈਦਾ ਕਰ ਦਿੱਤਾ। ਬਾਝ ਕਲਾ ਆ ਡਾਣ ਰਹਾਇਆ, ਆਪਣੀ ਕਲਾ ਦੇ ਰਾਹੀਂ, ਆਪਣੀ ਸ਼ਕਤੀ ਦੇ ਰਾਹੀਂ ਤੇ ਵਾਹਿਗੁਰੂ ਨੇ ਅਨੇਕਾਂ ਹੀ ਜੀ ਜੰਤੂ ਸੰਸਾਰ 'ਚ ਬਣਾ ਦਿੱਤੇ। ਐਸੀ ਸ਼ਕਤੀ ਵਰਤਾਈ ਕਿ ਅਨੇਕਾਂ ਦੇ ਜਨਮ ਸੰਸਾਰ ਵਿੱਚ ਹੋ ਗਏ। ਤੇ ਮਨੁੱਖ ਜੀਵ ਕਹਿੰਦਾ ਕਿ ਮੇਰਾ ਜਨਮ ਫਲਾਣੀ ਤਰੀਕ ਨੂੰ ਮੇਰਾ ਜਨਮ ਹੋਇਆ, ਫਲਾਣਾ ਸੰਨ ਸੀ, ਫਲਾਣਾ ਸੰਵਤ ਸੀ, ਆਹ ਦਿਨ ਸੀ। ਤੇ ਮਨੁੱਖ ਇਹ ਕਹਿੰਦਾ ਹੈ। ਪਰ ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਮਰਨ ਦਾ ਦਿਨ ਕੀ ਹੈ, ਮਰਨ ਦਾ ਦਿਨ ਕੀ ਹੈ, ਤੇ ਮਰਨ ਦਾ ਦਿਨ ਕਿਸੇ ਨੂੰ ਨਹੀਂ ਪਤਾ ਗੁਰੂ ਸਵਾਰਿਆ। ਨਾ ਭੈਣ ਨੂੰ ਪਤਾ, ਨਾ ਭਰਾ ਨੂੰ ਪਤਾ, ਨਾ ਪੁੱਤਰਾਂ ਨੂੰ, ਨਾ ਧੀਆਂ ਨੂੰ, ਨਾ ਮਾਤਾ ਪਿਤਾ ਨੂੰ, ਨਾ ਦਾਦਾ ਦਾਦੀ ਨੂੰ, ਮਾਮਾ ਮਾਮੀ, ਤਾਇਆ ਚਾਚੀ ਇਤਿਆਦਿ ਕਿਸੇ ਨੂੰ ਨਹੀਂ ਪਤਾ। ਕਿਉਂਕਿ ਇਹ ਜਿਹੜਾ ਜਨਮ ਹੈ, ਜਨਮ ਦਾ ਤਾਂ ਸਾਨੂੰ ਪਤਾ ਲੱਗਾ, ਸਾਡੇ ਮਾਂ ਬਾਪ ਨੇ ਉਸ ਸਮੇਂ ਉਹ ਡੇਟਾਂ ਲਿਖਾ ਦਿੱਤੀਆਂ, ਸਾਡੇ ਸਰਟੀਫਿਕੇਟ ਬਣ ਗਏ। ਤੇ ਮਰਨਾ ਕਦੋਂ ਹੈ, ਮਰਨਾ ਇਹਦੇ ਬਾਬਤ ਸਾਨੂੰ ਨਹੀਂ ਪਤਾ। ਮਰਨ ਦਾ ਪਤਾ ਪਰਮਾਤਮਾ ਨੂੰ ਕਦੋਂ ਬੁਲਾਵਾ ਆਉਣਾ ਹੈ, ਉਹ ਵਾਹਿਗੁਰੂ ਜਾਣਦਾ ਹੈ। ਇਹ ਵਾਹਿਗੁਰੂ ਦੀ ਇਹੀ ਕਲਾ ਹੈ। ਵਾਹਿਗੁਰੂ ਦੀ ਸਰੀਰ ਤਾਂ ਪੈਦਾ ਕਰ ਦਿੱਤੇ, ਸੰਸਾਰ 'ਚ ਭੇਜ ਦਿੱਤਾ, ਤੇ ਵਾਹਿਗੁਰੂ ਨੇ ਇਹ ਕਲਾ ਗੁਪਤ ਗੱਲ ਰੱਖ ਲਈ, ਗੁਪਤ ਗੋਹਜ ਭੇਦ, ਕਿ ਭਾਈ ਹੁਣ ਤੁਸੀਂ ਜਿਹੜਾ ਸਮਾਂ ਤੁਹਾਨੂੰ ਮਿਲਿਆ ਨਾ, ਤੁਸੀਂ ਖੇਡਦੇ ਜਾਵੋ। ਜਿੱਦਣ ਖੇਡ ਸਮਾਪਤ ਹੋ ਗਈ ਨਾ, ਤੁਹਾਨੂੰ ਫਿਰ ਵਾਪਸ ਜਾਣਾ ਪਵੇਗਾ। ਜਦੋਂ ਖੇਡ ਸਮਾਪਤ ਹੁੰਦੀ ਹੈ, ਉਦੋਂ ਉੱਥੇ ਹੀ ਮਾਤਾ ਪਿਤਾ ਕੋਲ ਹੁੰਦੇ ਨੇ, ਉੱਥੇ ਭੈਣ ਭਰਾ ਹੁੰਦੇ ਨੇ, ਉੱਥੇ ਮਿੱਤਰ ਸੱਜਣ ਸਾਰੇ ਕੋਲ ਹੁੰਦੇ ਨੇ। ਪਰ ਉਹ ਖੇਡ ਨਹੀਂ ਸਮਝ ਆਉਂਦੀ ਕਿ ਖੇਡ ਸਮਾਪਤ ਕਦੋਂ ਹੁੰਦੀ ਹੈ। ਆਪਾਂ ਕਹਿੰਦੇ ਨੇ ਫਲਾਣਾ ਚੜ੍ਹਾਈ ਕਰ ਗਿਆ, ਫਲਾਣੇ ਦੀ ਮੌਤ ਹੋ ਗਈ। ਅਸਲ ਵਿੱਚ ਜਿਹੜਾ ਗੁਪਤ ਭੇਦ ਪਰਮਾਤਮਾ ਰੱਖਿਆ ਹੋਇਆ ਸੀ, ਉਸ ਭੇਦ ਨੂੰ ਉਹ ਵਾਹਿਗੁਰੂ ਹੀ ਜਾਣਦਾ ਹੈ, ਦੂਜਾ ਨਹੀਂ ਜਾਣ ਸਕਦਾ। ਇਹ ਹੈ ਵਾਹਿਗੁਰੂ ਦੀ ਕਲਾ। ਉਸ ਵਾਹਿਗੁਰੂ ਨੇ ਇਹ ਕਲਾ ਵਰਤਾ ਕੇ ਇਸ ਤਰ੍ਹਾਂ ਇਹ ਖੇਡ ਖੇਡੀ ਹੈ। ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਬ੍ਰਹਮਾ ਬਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏਂਦਾ। ਕਹਿੰਦੇ ਦੇਖੋ ਵਾਹਿਗੁਰੂ ਨੇ ਜਿੱਥੇ ਆਪਣੀ ਮਾਇਆ ਦਾ ਪਸਾਰਾ ਖਿਲਾਰਿਆ, ਸਾਰੇ ਜੀਵਾਂ ਨੂੰ ਮਾਇਆ ਵਿੱਚ ਗਲਤਾਨ ਕਰ ਦਿੱਤਾ, ਉੱਥੇ ਹਿੰਦੂ ਮਤ ਅਨੁਸਾਰ ਜਿਹੜੇ 3 ਦੇਵਤੇ ਵੱਡੇ ਨਿਮੰਨੇ ਗਏ ਨੇ, ਬ੍ਰਹਮਾ ਵਿਸ਼ਨ ਮਹੇਸ਼। ਕਹਿੰਦੇ ਇਹਨਾਂ ਨੂੰ ਵੀ ਪਰਮਾਤਮਾ ਵਾਹਿਗੁਰੂ ਨੇ ਹੀ ਪੈਦਾ ਕੀਤਾ, ਵਾਹਿਗੁਰੂ ਦੇ ਹੀ ਪੈਦਾ ਕੀਤੇ ਹੋਏ ਨੇ। ਤੇ ਵਾਹਿਗੁਰੂ ਨੇ ਫਿਰ ਇਹਨਾਂ ਦੇ ਅੰਦਰ ਮਾਇਆ ਦਾ ਮੋਹ ਵਧਾ ਦਿੱਤਾ। ਜੇ ਆਪਾਂ ਮਾਇਆ ਵਿੱਚ ਗਲਤਾਨ ਨੇ ਨਾ, ਇਹ 3 ਦੇਵਤੇ ਵੀ ਮਾਇਆ ਦੇ ਵਿੱਚ ਗਲਤਾਨ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਮਾਇਆ ਦਾ ਐਸਾ ਮੋਹ ਵਧਿਆ ਕਿ ਇਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ। ਬਿਰਲੇ ਕੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸਵਾਇਆ। ਸਤਿਗੁਰੂ ਜੀ ਫਿਰ ਕਿਰਪਾ ਕਰਕੇ ਦੱਸੋ, ਆਪ ਜੀ ਕਹਿੰਦੇ ਹੋ ਕਿ ਪਰਮਾਤਮਾ ਨੇ ਜੀਵ ਜੰਤੂ ਪੈਦਾ ਕੀਤੇ, ਫਿਰ ਪਰਮਾਤਮਾ ਨੇ ਗੋਹਜ ਭੇਦ ਰੱਖ ਲਿਆ, ਜਿਹੜਾ ਮੌਤ ਦਾ ਅਟਲ ਸੱਚਾਈ ਹੈ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ।
ਤੇ ਸਤਿਗੁਰੂ ਜੀ ਫਿਰ ਕੋਈ ਕਿਸੇ ਦਾ ਭਲਾ ਕਿਸੇ ਨੂੰ ਪਤਾ ਵੀ ਲੱਗਿਆ ਸੰਸਾਰ ਵਿੱਚ ਆਇਆ ਕਿ ਕਦੋਂ ਜਾਣਾ ਹੈ। ਤੇ ਗੁਰੂ ਸਵਾਰੇ ਜਦੋਂ ਆਪਾਂ ਗੁਰ ਇਤਿਹਾਸ ਨੂੰ ਵਾਚਦੇ ਹਾਂ, ਗੁਰ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਏ ਕਿ ਬਹੁਤ ਸਾਰੇ ਐਸੇ ਗੁਰੂ ਦੇ ਸਿੱਖ ਹੋਏ ਨੇ ਜਾਂ ਗੁਰੂ ਪਾਤਸ਼ਾਹ ਜੀ ਆਪ ਹੋਏ ਨੇ ਜਿਨ੍ਹਾਂ ਨੇ ਜਾਣ ਤੋਂ ਪਹਿਲਾਂ ਦੱਸ ਦਿੱਤਾ ਕਿ ਸਾਡਾ ਸਮਾਂ ਹੋ ਚੁੱਕਿਆ, ਅਸੀਂ ਜਾ ਰਹੇ ਹਾਂ। ਮਹਾਂਪੁਰਖਾਂ ਦੀ ਗੱਲ ਕਰੀਏ, ਮਹਾਂਪੁਰਖ ਵੀ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਸਮਾਂ ਆ ਗਿਆ, ਭਾਈ ਸਾਡਾ ਜਾਣ ਦਾ ਸਮਾਂ ਆ ਗਿਆ, ਸੀ ਇਹ ਕਾਰਜ ਕਰਨਾ ਤੇ ਸਾਡਾ ਸਮਾਂ ਆ ਗਿਆ ਹੈ। ਉਹ ਕਿੱਥੋਂ ਪਤਾ ਲੱਗਿਆ? ਕਿਉਂਕਿ ਉਹ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਸਨ, ਸ਼ਬਦ ਦੇ ਅਭਿਆਸੀ ਸੀ। ਸ਼ਬਦ ਦੇ ਅਭਿਆਸੀ ਹੋਣ ਕਰਕੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਸਾਡਾ ਅਸਲ ਘਰ ਇਹ ਨਹੀਂ ਹੈ, ਅਸਲ ਘਰ ਹੈ ਪਰਲੋਕ ਰੂਪੀ ਘਰ। ਇੱਥੇ ਤਾਂ ਖੇਡ ਖੇਡਣ ਲਈ ਆਏ ਹਾਂ ਤੇ ਖੇਡ ਸਮਾਪਤ ਜਦੋਂ ਹੋ ਜਾਣੀ ਹੈ ਤੇ ਵਾਪਸ ਸਾਨੂੰ ਜਾਣਾ ਪਵੇਗਾ। ਪਰ ਸਤਿਗੁਰੂ ਕਹਿੰਦੇ ਕੋਈ ਬਿਰਲਾ ਹੀ ਹੈ, ਬਿਰਲੇ ਕਹੋ ਗੁਰ ਸ਼ਬਦ ਸੁਣਾਇਆ। ਕਿਸੇ ਬਿਰਲੇ ਨੂੰ ਗੁਰੂ ਪਾਤਸ਼ਾਹ ਪਰਮੇਸ਼ਰ ਨੇ ਕਿਰਪਾ ਕਰਕੇ ਨਾ ਗੁਰੂ ਦਾ ਸ਼ਬਦ ਸੁਣਾ ਦਿੱਤਾ। ਹੁਣ ਗੁਰੂ ਦਾ ਸ਼ਬਦ ਸੁਣਿਆ ਕਿਵੇਂ ਜਾਣਾ? ਜੇ ਗੁਰੂ ਵਾਲੇ ਬਣਾਂਗੇ, ਗੁਰੂ ਦੇ ਲੜ ਲੱਗਾਂਗੇ, ਉਹ ਫਿਰ ਉਹਨੂੰ ਕਮਾਵਾਂਗੇ ਗੁਰੂ ਸਵਾਰਿਓ, ਫਿਰ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਇਸ ਕਰਕੇ ਸਤਿਗੁਰੂ ਕੋਈ ਬਿਰਲਾ ਹੀ ਹੈ, ਸਾਰੇ ਨਹੀਂ ਹਨ। ਸੁਣਦੇ ਆਪਾਂ ਸਾਰੇ ਹਾਂ, ਪੜ੍ਹਦੇ ਵੀ ਸਾਰੇ ਹਾਂ ਗੁਰੂ ਦੇ ਬਚਨਾਂ ਨੂੰ। ਦੇਖੋ ਨਿੱਧਾ ਪ੍ਰਤੀ ਗੁਰੂ ਪਾਤਸ਼ਾਹ ਦੇ ਸਥਾਨ 'ਤੇ ਹੁਕਮਨਾਮਾ ਸਾਹਿਬ ਪ੍ਰਕਾਸ਼ ਹੁੰਦਾ ਮਹਾਰਾਜ ਦਾ, ਅਤੇ ਨਿੱਤ ਨਵਾਂ ਹੁਕਮਨਾਮਾ ਆਉਂਦਾ। ਆਪਾਂ ਸੁਣਦੇ ਵੀ ਹਾਂ ਅਤੇ ਬੋਰਡ ਉੱਤੇ ਲਿਖਿਆ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਅਤੇ ਪੜ੍ਹਦੇ ਵੀ ਹਾਂ, ਪਰ ਇੱਕ ਕੰਮ ਨਹੀਂ ਆਪਾਂ ਕਰਦੇ, ਕਮਾਉਂਦੇ ਨਹੀਂ ਹਾਂ ਗੁਰੂ ਸਵਾਰਿਓ। ਜਿਹਦੇ ਆਪਾਂ ਸੁਣ ਕੇ ਪੜ੍ਹ ਕੇ ਕਮਾਉਣ ਲੱਗ ਪਏ, ਕਮਾਉਣ ਤੋਂ ਮੰਨਣ ਲੱਗ ਪਏ ਹੁਕਮ ਨੂੰ, ਅਤੇ ਉਦੋਂ ਫਿਰ ਗੁਰੂ ਸਵਾਰੇ ਗੱਲ ਬਣਨੀ ਹੈ। ਅਸਲ 'ਚ ਤਾਂ ਪੜ੍ਹ ਕੇ ਸਾਨੂੰ ਅਰਥ ਪਤਾ ਲੱਗ ਜਾਣਗੇ, ਭਾਵ ਅਰਥ ਸਮਝ ਆ ਜਾਣਗੇ, ਪਰ ਜਦੋਂ ਆਪਾਂ ਮੰਨਦੇ ਨਹੀਂ, ਮੰਨਣ ਤੋਂ ਬਿਨਾਂ ਗੱਲ ਨਹੀਂ ਬਣਨੀ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਫਿਰ ਗੁਰੂ ਸਰੇ ਗੱਲ ਬਣਨੀ ਹੈ। ਅਤੇ ਸਤਿਗੁਰੂ ਕਹਿੰਦੇ ਬਿਰਲੇ, ਕੋਈ ਬਿਰਲਾ ਹੀ ਹੈ ਜਿਹਦੇ ਉੱਤੇ ਪਰਮੇਸ਼ਰ ਨੇ ਬਖਸ਼ਿਸ਼ ਕੀਤੀ। ਫਿਰ ਉਹਨੂੰ ਗੁਰੂ ਦਾ ਸ਼ਬਦ ਸੁਣਾ ਦਿੱਤਾ ਅਤੇ ਗੁਰੂ ਦੇ ਸ਼ਬਦ ਨੂੰ ਸੁਣਿਆ ਨਾ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ। ਫਿਰ ਕਰ ਕਰ ਦੇਖਿਆ ਹੁਕਮ ਸਬਾਇਆ, ਵਾਹਿਗੁਰੂ ਆਪ ਉਸ ਜੀਵ ਨੂੰ ਫਿਰ ਇਹ ਸੋਝੀ ਆ ਗਈ, ਗਿਆਨ ਆ ਗਿਆ ਕਿ ਹੋਰ ਕੋਈ ਨਹੀਂ ਭਾਈ, ਵਾਹਿਗੁਰੂ ਹੀ ਜੀਵਾਂ ਨੂੰ ਪੈਦਾ ਕਰਕੇ, ਸੰਸਾਰ ਨੂੰ ਪੈਦਾ ਕਰ ਕਰਕੇ ਆਪ ਵੇਖ ਰਿਹਾ ਹੈ, ਸਾਰਿਆਂ ਦੇ ਉੱਤੇ ਆਪਣਾ ਸਵਾਇਆ ਹੁਕਮ ਕਰ ਰਿਹਾ ਹੈ। ਉਹਦਾ ਹੁਕਮ ਅਮੋੜ ਹੈ, ਕੋਈ ਮੇੜ ਨਹੀਂ ਸਕਦਾ ਹੈ। ਰੋਜ਼ਾਨਾ ਪੜ੍ਹਦੇ ਆ ਨਾ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਵਾਹਿਗੁਰੂ ਦਾ ਹੁਕਮ ਹੀ ਹੈ। ਇਸ ਕਰਕੇ ਕੋਈ ਪਰ ਹੈ ਇਸ ਗੱਲ ਨੂੰ ਕੋਈ ਬਿਰਲਾ ਸਮਝਦਾ, ਅਤੇ ਜਿਹਨਾਂ ਗੁਰੂ ਦੇ ਹੁਕਮ ਦੀ ਪਾਲਣਾ ਕਰ ਲਈ ਉਹਨੂੰ ਫਿਰ ਇਸ ਗੱਲ ਦੀ ਸੋਝੀ ਆਉਂਦੀ ਹੈ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਭਾਈ ਲਹਿਣਾ ਜੀ ਆਏ। ਲਹਿਣਾ ਜੀ ਨੇ ਗੁਰੂ ਨਾਨਕ ਦੇ ਹੁਕਮ ਦੀ ਪਾਲਣਾ ਕੀਤੀ। ਸਤਿਗੁਰੂ ਪਾਤਸ਼ਾਹ ਦੇ 3 ਭੱਬੇ ਯਾਦ ਰੱਖੇ, ਭਾਣਾ ਜੀ, ਭੁੱਲ ਗਿਆ ਜੀ, ਭਲਾ ਜੀ। ਜੇ ਕਿਤੇ ਟਹਿਲ ਸੇਵਾ ਕਰਦੇ ਹਾਂ ਕੋਈ ਤਰੁੱਟੀ ਰਹਿ ਜਾਵੇ, ਵੈਸੇ ਤਰੁੱਟੀ ਤਾਂ ਰਹੀ ਨਹੀਂ, ਜਦੋਂ ਸਤਿਗੁਰੂ ਦੀ ਖੇਡ ਕੌਤਕ ਹੁੰਦੇ ਸਨ ਪਾਤਸ਼ਾਹ ਦੇ। ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁਰਖਾ ਇਹ ਇੰਝ ਨਹੀਂ ਇੰਝ ਕਰਨਾ ਸੀ, ਤੈਨੂੰ ਮੈਂ ਇਸ ਤਰ੍ਹਾਂ ਆਖਿਆ ਸੀ, ਸਤਿਗੁਰੂ ਭੁੱਲ ਗਿਆ ਸੀ, ਹੱਥ ਜੋੜ ਦਿੱਤੇ। 7 ਵਚਨ ਪਾਤਸ਼ਾਹ ਮੈਂ ਭੁੱਲ ਗਿਆ ਸੀ। ਜੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੇਖ ਭਾਈ ਲਹਿਣੀਆਂ, ਰਾਤ ਦਾ ਸਮਾਂ ਏ, ਕਿੱਡਾ ਵੱਡਾ ਸੂਰਜ ਚੜ੍ਹਿਆ, ਅਤੇ ਦਿਨ ਵੇਲੇ ਜੇ ਕਹਿੰਦੇ ਨੇ ਦੇਖ ਕਿੱਡੀ ਵੱਡੀ ਰਾਤ ਹੋ ਗਈ ਹੈ,
ਤੇ ਗੁਰੂ ਨਾਨਕ ਭਾਈ ਲਹਿਣਾ ਜੀ ਕਹਿੰਦੇ ਸਤਿਗੁਰੂ ਆਪ ਜੀ ਦੇ ਭਾਣੇ ਵਿੱਚ ਬਾਕੀ ਰਾਤ ਹੈ, ਆਪ ਜੀ ਦੇ ਭਾਣੇ ਵਿੱਚ ਬਾਕੀ ਦਿਨ ਹੈ। ਜੇ ਸਤਿਗੁਰੂ ਕਿਸੇ ਤਰੀਕੇ ਨਾਲ ਕਈ ਵਾਰੀ ਸਤਿਗੁਰੂ ਝਿੜਕਦੇ ਸੀ ਤੇ ਉਦੋਂ ਵੀ ਗੁੱਸਾ ਨਹੀਂ ਕਰਦੇ ਸੀ ਗੁਰੂ ਸਵਾਰਿਓ, ਉਦੋਂ ਵੀ ਗੁਰੂ ਨਾਨਕ ਦੀ ਰਜਾ ਨੂੰ ਮਿੱਠਾ ਕਰਕੇ ਮੰਨਦੇ ਸੀ ਕਿ ਇਹ ਸਤਿਗੁਰ ਦੀ ਰਜਾ ਹੈ। ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹ ਤਿੰਨ ਭੱਬੇ ਆਪਣੀ ਜ਼ਿੰਦਗੀ 'ਚ ਭਾਈ ਲਹਿਣੇ ਜੀ ਨੇ ਕਮਾਏ ਤੇ ਹੁਕਮ ਦੀ ਪਾਲਣਾ ਕੀਤੀ ਤੇ ਹੁਕਮ ਮੰਨਿਆ। ਜਦੋਂ ਹੁਕਮ ਮੰਨ ਕੇ ਫਿਰ ਸਤਿਗੁਰ ਦੇ ਦਰ 'ਤੇ ਉਹ ਪ੍ਰਵਾਨ ਹੋ ਗਏ। ਤੇ ਪਾਤਸ਼ਾਹ ਕਹਿੰਦੇ ਨੇ ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਪ੍ਰਵਾਨ ਤਾਂ ਹੋਏ ਨਾ ਜੇ ਹੁਕਮ ਮੰਨਿਆ। ਹੁਣ ਭਾਈ ਲਹਿਣੇ ਜੀ ਨੇ ਤਿੰਨ ਭੱਬੇ ਯਾਦ ਕਰ ਲਏ ਤੇ ਆਪਾਂ ਕਿੰਨੇ ਯਾਦ ਕੀਤੇ ਨੇ? ਤੇ ਮਾਫ਼ ਕਰਨਾ, ਸਾਡੀ ਜ਼ਿੰਦਗੀ 'ਚ ਵਿਚਰਦਿਆਂ ਹੋਇਆਂ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ 'ਚ ਆਉਂਦੇ ਨੇ, ਹਰ ਇੱਕ ਨੂੰ ਪ੍ਰਾਪਤ ਹੋਣੇ ਨੇ। ਸਰੀਰ ਲਿਆ ਹੈ ਤੇ ਦੁੱਖ ਵੀ ਹੋਵੇਗਾ, ਦੁੱਖ ਹੈ ਤੇ ਸੁੱਖ ਹੈ, ਸੁੱਖ ਹੈ ਤੇ ਦੁੱਖ ਹੈ, ਇਹ ਆਉਣੇ ਨੇ। ਤੇ ਆਪਾਂ ਤਾਂ ਗੁਰੂ ਨਾਲ ਰੋਸ ਕਰਨ ਲੱਗ ਪੈਂਦੇ ਹਾਂ। ਰੋਸ ਕਿਵੇਂ ਕਰਦੇ ਹਾਂ? ਸਤਿਗੁਰ ਦੇ ਦਰ 'ਤੇ ਆਏ, ਕੋਈ ਕਾਰਜ ਸੀ, ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਸਾਡਾ ਕਾਰਜ ਰਾਸ ਕਰੋ ਤੇ ਪਾਤਸ਼ਾਹ ਜੀ ਕਿਰਪਾ ਕਰੋ। ਕੁਦਰਤੀ ਤੌਰ 'ਤੇ ਉਹ ਸਤਿਗੁਰ ਦੇ ਦਰ 'ਤੇ ਬੇਨਤੀ ਪ੍ਰਵਾਨ ਨਹੀਂ ਹੋਈ ਤੇ ਕਾਰਜ ਰਾਸ ਨਹੀਂ ਹੋਇਆ। ਤੇ ਆਪਾਂ ਆਪਣੇ ਵੱਲ ਨਹੀਂ ਦੇਖ ਕਿ ਸਾਡੇ ਵਿੱਚ ਕੋਈ ਘਾਟ ਹੋਵੇਗੀ ਤਾਂ ਸਾਡਾ ਕਾਰਜ ਰਹਿ ਗਿਆ, ਤੇ ਦੋਸ਼ ਰੋਪਣ ਲੱਗ ਪੈਂਦੇ ਗੁਰੂ ਉੱਤੇ। ਤੇ ਕਈ ਤਾਂ ਇੱਥੋਂ ਤੱਕ ਸੁਣੇ ਨੇ, ਕਹਿੰਦੇ ਕਿ ਮੈਂ ਤਾਂ ਗੁਰੂ ਨਾਲ ਨਾਰਾਜ਼ ਹੈ ਜੀ। ਕਿਉਂ ਨਾਰਾਜ਼ ਆ ਭਾਈ? ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਤੇ ਗੁਰੂ ਨੇ ਮੇਰੀ ਬੇਨਤੀ ਸੁਣੀ ਨਹੀਂ, ਇਸ ਕਰਕੇ ਮੈਂ ਨਾਰਾਜ਼ ਹਾਂ। ਤੇਰੀ ਨਾਰਾਜ਼ਗੀ ਨਾਲ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ ਹੈ। ਜੇ ਗੁਰੂ ਨਾਰਾਜ਼ ਹੋ ਗਿਆ ਨਾ ਗੁਰੂ, ਫਿਰ ਪਤਾ ਨਹੀਂ ਕੀ ਹੋਣਾ ਹੈ। ਇਸ ਕਰਕੇ ਗੁਰੂ ਦਾ ਤੇਰਾ ਭਲਾ, ਸਿੱਖ ਦਾ ਭਲਾ ਹੀ ਲੋਚਦਾ ਸਤਿਗੁਰ ਜੀ। ਕਦੇ ਵੀ ਮਨ ਵਿੱਚ ਇਹ ਵਿਚਾਰ ਨਹੀਂ ਕਰਨੀ। ਕਈ ਤਾਂ ਇੱਥੋਂ ਜੇ ਇਹੋ ਜਿਹੇ ਪਰਿਵਾਰ ਵੀ ਮਿਲਦੇ ਨੇ ਦਾਸ ਨੂੰ, ਅਰਦਾਸ ਬੇਨਤੀ ਕਰ ਸਾਡਾ ਬੇਟਾ ਜਾਂ ਸਾਡੀ ਬੇਟੀ ਬਾਹਰ ਚਲੇ ਜਾ, ਬਾਬਾ ਜੀ ਅਰਦਾਸ ਬੇਨਤੀ ਕਰੋ। ਚਲੋ ਗੁਰੂ ਪਾਤਸ਼ਾਹ ਸਮਰੱਥ ਨੇ, ਸਤਿਗੁਰੂ ਬਖਸ਼ਿਸ਼ ਕਰਨ, ਹਰ ਇੱਕ ਦੀਆਂ ਲੋੜਾਂ ਪੂਰੀਆਂ ਹੋਣ। ਕਈ ਵਾਰੀ ਫਿਰ ਗੁਰੂ ਸਵਾਰੇ ਵੀਜ਼ਾ ਨਹੀਂ ਲੱਗਦਾ, ਵੀਜ਼ਾ ਨਹੀਂ ਲੱਗਿਆ ਬੱਚਿਆਂ ਦਾ, ਫਿਰ ਉਹ ਗੁਰਦੁਆਰਾ ਆਉਣਾ ਛੱਡ ਦਿੰਦੇ ਨੇ। ਜੇ ਪੁੱਛੀਏ ਭਾਈ ਕਿਉਂ ਛੱਡ ਦਿੱਤਾ? ਨਹੀਂ ਜੀ ਸਤਿਗੁਰ ਦੇ ਚਰਨਾਂ 'ਚ ਆਏ ਸੀ, ਬੇਟੀ ਦੀ ਅਰਦਾਸ ਕਰਾਈ ਸੀ, ਵੀਜ਼ਾ ਲੱਗ ਜਾ। ਸਤਿਗੁਰ ਨੇ ਵੀਜ਼ੇ ਦੀ ਬਖਸ਼ਿਸ਼ ਨਹੀਂ, ਜੋ ਸਾਡੀ ਭਾਵਨਾ ਪੂਰੀ, ਆਪਾਂ ਕਿਉਂ ਆਈਏ? ਤੇ ਗੁਰੂ ਸਵਾਰੇ ਇੱਕ ਗੱਲ ਯਾਦ ਰੱਖ, ਜਿੱਥੇ ਸਾਡਾ ਦਾਣਾ ਪਾਣੀ ਖਿਲ ਰਿਹਾ ਨਾ, ਉੱਥੇ ਉੱਥੇ ਚੁਗਣਾ ਆਪਾਂ। ਕੀ ਪਤਾ ਵਿਦੇਸ਼ ਨਾਲੋਂ ਵਧੀਆ ਸਤਿਗੁਰ ਨੇ ਤੇਰੇ ਲਈ ਇੱਥੇ ਸੋਚਿਆ ਹੋਵੇ, ਤੂੰ ਬਾਹਰਲੀ ਕੋਸ਼ਿਸ਼ ਕਰਦਾ ਫਿਰਦਾ। ਕਦੇ ਗੁਰੂ ਨਾਲ ਨਾਰਾਜ਼ਗੀ ਨਾ ਜਤਾਣਾ ਕਰੋ। ਜਿੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਰੱਖਦੇ ਨੇ, ਸਤ ਕਰਕੇ ਗੁਰੂ ਦੀ ਆਗਿਆ ਨੂੰ ਮੰਨ ਕੇ ਆਪਾਂ ਗੁਰੂ ਦੇ ਗੁਣ ਗਾ ਕੇ ਆਪਣਾ ਜੀਵਨ ਬਤੀਤ ਕਰੀਏ, ਗੁਰੂ ਨੂੰ ਚੇਤੇ ਰੱਖੀਏ। ਫਿਰ ਦੇਖੋ ਗੁਰੂ ਪਾਤਸ਼ਾਹ ਕਿਵੇਂ ਬਖਸ਼ਿਸ਼ਾਂ ਕਰਦੇ ਨੇ। ਕਦੇ ਵੀ ਗੁਰੂ ਉੱਤੇ ਇਸ ਦਾ ਰੋਸ ਨਹੀਂ ਕਰਨਾ। ਸਾਡੇ ਆਪਣੇ ਕਰਮ ਨੇ, ਜੋ ਆਪਾਂ ਕਰਮ ਕਰ ਰਹੇ ਹਾਂ, ਲਿਖੇ ਹੋਏ ਸਾਡੇ ਕਰਮ ਆਪਾਂ ਭੋਗ ਰਹੇ ਹਾਂ। ਬਿਲਕੁਲ ਹੀ ਸਤਿਗੁਰੂ ਸਾਡੇ ਨਾਲ ਬੇਇਨਸਾਫੀ ਨਹੀਂ ਕਰਦਾ ਹੈ। ਸਤਿਗੁਰੂ ਤਾਂ ਇਨਸਾਫ ਕਰਦੇ ਨੇ ਤੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ। ਕਹਿੰਦੇ ਭਾਈ ਦੇਖੋ, ਉਸ ਮਾਲਕ ਵਾਹਿਗੁਰੂ ਦੀ ਇਹ ਖੇਡ ਹੈ। ਕਹਿੰਦੇ ਜਦੋਂ ਪਰਮਾਤਮਾ ਨੇ ਕਹਿੰਦੇ ਬਿਰਲੇ ਕੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖਿਆ ਹੁਕਮ ਚਲ ਸਵਾਇਆ। ਕਹਿੰਦੇ ਵਾਹਿਗੁਰੂ ਨੇ ਕਹਿੰਦੇ ਕਿਸੇ ਬੇਲੇ ਨੂੰ ਆਪਣਾ ਸ਼ਬਦ ਉਪਦੇਸ਼ ਸੁਣਾਉਣਾ ਕੀਤਾ, ਗੁਰੂ ਦੇ ਸ਼ਬਦ। ਕਹਿੰਦੇ ਫਿਰ ਉਹਨਾਂ ਜੀਵਾਂ ਨੇ ਕਰ ਕਰ ਦੇਖਣਾ ਕੀਤਾ। ਕੀ ਦੇਖਿਆ? ਕਿ ਹੁਕਮ ਸਵਾਇਆ ਸਾਰਿਆਂ ਦੇ ਉੱਤੇ ਉਸ ਵਾਹਿਗੁਰੂ ਦਾ ਸਵਾਇਆ ਹੁਕਮ ਹੀ ਚੱਲ ਰਿਹਾ ਹੈ। ਭਾਵ ਵਾਹਿਗੁਰੂ ਦਾ ਹੁਕਮ ਵਰਤ ਰਿਹਾ ਹੈ। ਉਹਦੇ ਹੁਕਮ ਦੇ ਵਿੱਚ ਜੋ ਕੁਝ ਹੋ ਰਿਹਾ, ਪਿੱਛੇ ਹੋਇਆ, ਹੁਣ ਹੋਇਆ ਜਾਂ ਅੱਗੇ ਹੋਵੇਗਾ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਖੰਡ ਬ੍ਰਹਮੰਡ ਪਾਤਾਲ ਅਰੰਭੇ, ਗੁਪਤ ਹੋ ਪ੍ਰਗਟੀ ਆਏਂਦਾ। ਕਹਿੰਦੇ ਨੇ ਪੁੱਛਿਆ, ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿ ਪਰਮਾਤਮਾ ਨੇ ਕੀ ਕੀ ਬਣਾਇਆ? ਸਤਿਗੁਰੂ ਕਹਿੰਦੇ ਨੇ ਖੰਡ।
9 खंड पृथ्वी है, संसार जिन्ना भी है। ब्रह्मांड करोड़ां ही ब्रह्मांड हैं। पताल लोक ये जिन्ने भी हैं ये सारे परमात्मा दे रंभे हुए ने, परमात्मा ने पैदा किए ने, परमात्मा ने बनाए ने। कहते फिर परमात्मा रहिंदा कित्थे है? सतगुरु कहंदे ने गुप्त हो प्रगटी आएंदा। कहते गुप्त रूप सारियां थावां ते है, पताल दे विच भी है, ब्रह्मंडां दे विच भी है, आकाश दे विच भी है, धरती दे उत्ते भी है, सारियां थावां ते है। आपां कोई चंगा काम कर लीए ना, जिहदे नाल सानूं 4 बंदे शोभा वडियाई मिले, तो आपां गुरु सर अपना नाम स्पैशल तौर पर बोर्ड उत्ते लिखाउंदे आ कि देखो जी, फ्लैक्सां तैयार करदे आ कि आह कारज फलाणे ने कीता। उहदे इत्थों तक गुरद्वारियां विच, स्कूलों दे विच, मंदिरां दे विच चिट्टे पत्थर नूं काला कर दिता जाता है कि फलाणे सिंह ने गुरु घर लई इन्नी माया देना कीती, आह सेवा फलाणे सिंह ने करवाई है। नहीं गुरु सर, गुरु नूं आपां की दे सकते हैं? एक भिखारी राजे नूं आखे कि तैनूं मैं आह दान दिता, कदे हो सकदा? राजे नूं गुस्सा आवेगा ना। तो गुरु नूं आपां कुछ नहीं दे सकते, गुरु तो तां लैण वाले आ। हाँ, जो गुरु साहब गुरु पातशाह के दरबार च आपां आउंदे आ, गोलक दे अपनी संस्था का कोई 10 पाउंदा, कोई 20 पाउंदा, कोई वध पाउंदा, सारे अपनी माया पाउंदे ने, शरधा है। गुरु नूं आपां दान नहीं दे सकते, गुरु नूं भेटा कर सकते हैं। भेटा ते दान विच बहुत बड़ा फर्क है। भेटा विच प्रेम है, प्रेम दे सा गुरु नूं अपना अपना आप भेंट करना। जे 5 प्यारिਆਂ ने अपने 5 सीस भेंट कीते सी, ते वो है गुरु साहब प्रेम। जिहड़ा दान किसी भिखारी नूं दिता जांदा, कदे भी ये नहीं आखना गुरुद्वारे लई इन्नी माया दान कर दईए, नहीं। उदों कहना गुरु के दरबार विच इन्नी माया, आ पदार्थ आप भेटा कर दईए। ये शब्द वरतना है। सो सतगुरु कहंदे ने वो वाहिगुरु परमात्मा दे सारे ही ये संसार पैदा किया, खंडां ब्रह्मंडां नूं बनाया, पताल बनाए, तो कहंदे पर मालक ने अपना आप कदे ਜ਼ਾਹਰ नहीं होण दिता। वो गुप्त रूप विच ही, गुप्त रूप विच भी आप है, तो प्रगट भी वो आप ही हुंदा है। ताका अंत ना जाने कोई, पूरे गुर ते सोझी होई। सतगुरु जी ऐसे वाहिगुरु जिहड़ा जिन्हें सारे खंड ब्रह्मांड पताल इत्यादि ये सब कुछ बना दिता, कि उस वाहिगुरु का कोई अंत पा सकता है? तो सतगुरु कहते नहीं, वाहिगुरु बेअंत है, ताका अंत न जाने। उस मालक का अंत नहीं जान सकता कोई। भगत कबीर साहबान जी दे आपां बचन पढ़ते हैं धनासरी राग विच। भगत जी दसते ने कि परमात्मा का अंत कोई नहीं पा सकिया। भगत जी का पावन फरमान है कि सनक सनंद महेश समाना, सेख नाग तिरु मरम न जाना। संत संगत राम हृदय बसाई, हनुमान सर गरड़ समाना। सुरपत नरपत नहीं गुण जाना, चार वेद अर सिमरत पुराना। कमला पत कबला नहीं जाना, कह कबीर सो भर मैं नाही। पग लग राम रह सरनाही। कल्ले कल्ले दी उदाहरण दे के सतगुरु जी ने समझा दिता कि देखो ब्रह्मा जी दे 4 पुत्र होए ने, सनातन संत कुमार इत्यादक। ये भी कहते मालक दिया मरण नूं जान नहीं सके। तो इस तरह ही 4 वेद अर सिमरत पुराना, 4 वेद 27 सिमरतियाँ पुराण इत्यादि जिन्हां विच उस मालक की सिफत लिखी है, वड्याई लिखी है, पर वह भी नहीं जान सके।
ਇੱਥੋਂ ਤੱਕ ਜਿਹੜਾ ਸ਼੍ਰੀ ਰਾਮ ਚੰਦਰ ਜੀ ਤ੍ਰੇਤੇ ਦੇ ਅਵਤਾਰ ਹੋਏ ਨੇ, ਉਹਨਾਂ ਦੇ ਸਭ ਤੋਂ ਨਿਕਟਵਰਤੀ ਨੇ ਹਨੂਮਾਨ ਜੀ। ਕਹਿੰਦੇ ਉਹ ਵੀ ਕਹਿੰਦੇ ਭਾਈ ਉਸ ਮਾਲਕ ਦੇ ਅੰਤ ਨੂੰ ਨਹੀਂ ਜਾਣ ਸਕੇ। ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਜਦੋਂ ਰਾਵਣ ਨਾਲ ਸ਼੍ਰੀ ਰਾਮ ਜੀ ਦਾ ਯੁੱਧ ਹੋ ਰਿਹਾ ਤੇ ਰਸ਼ਤਾਂ ਬਸ਼ਤਾਂ ਖਤਮ ਹੋ ਗਈਆਂ, ਤੇ ਉਸ ਸਮੇਂ ਰਾਮ ਜੀ ਨੇ ਹਨੂਮਾਨ ਨੂੰ ਆਖਿਆ ਕਿ ਹਨੂਮਾਨ ਆ ਮੇਰੀ ਮੁੰਦਰੀ ਲਿਜਾਣਾ ਕਰ, ਆ ਸਾਹਮਣੇ ਜਿਹੜੇ ਪਹਾੜ ਦਿਖਦੇ ਨੇ ਇਹਨਾਂ ਪਹਾੜਾਂ ਨੂੰ ਪਾਰ ਕਰਕੇ ਇੱਕ ਤੈਨੂੰ ਕੁਟੀਆ ਨਜ਼ਰ ਆਵੇਗੀ, ਉੱਥੇ ਇੱਕ ਬਿਰਧ ਮਾਈ ਬੈਠੀ ਹੋਵੇਗੀ, ਉਸ ਬਿਰਧ ਮਾਈ ਨੂੰ ਜਾ ਕੇ ਇਹ ਸਾਡੀ ਛਾਪ ਇਹ ਮੁੰਦਰੀ ਦੇਣੀ ਹੈ ਤੇ ਤੈਨੂੰ ਫਿਰ ਉਹ ਰਾਸ਼ਨ ਪਾਣੀ ਦੇ ਦੇਵੇਗੀ। ਹਨੂਮਾਨ ਜੀ ਗਏ, 7 ਸਮੁੰਦਰਾਂ ਨੂੰ ਸੱਤਾਂ ਪਹਾੜਾਂ ਨੂੰ ਪਾਰ ਕਰਕੇ ਦੇਖਿਆ ਕਿ ਅੱਗੇ ਇੱਕ ਕੁਟੀਆ ਬਣੀ ਹੋਈ ਹੈ, ਉਸ ਕੁਟੀਆ ਦੇ ਵਿੱਚ ਇੱਕ ਬਿਰਧ ਮਾਈ ਬੈਠੀ ਹੋਈ ਹੈ। ਜਾ ਕੇ ਮਾਈ ਨੂੰ ਸਜਦਾ ਕੀਤਾ, ਕਹਿਣ ਲੱਗਿਆ ਮਾਂ ਮੈਨੂੰ ਸ਼੍ਰੀ ਰਾਮ ਜੀ ਨੇ ਭੇਜਣਾ ਕੀਤਾ, ਸ਼੍ਰੀ ਰਾਮ ਜੀ ਦਾ ਰਾਵਣ ਨਾਲ ਯੁੱਧ ਹੋ ਰਿਹਾ ਹੈ ਤੇ ਰਸ਼ਤਾਂ ਬਸ਼ਤਾਂ ਮੁੱਕ ਗਈਆਂ ਨੇ ਤੇ ਮੈਨੂੰ ਭੇਜਿਆ ਤੁਹਾਡੇ ਕੋਲ ਰਾਸ਼ਨ ਪਾਣੀ ਲੈਣ ਲਈ, ਆਹ ਲਓ ਸ਼੍ਰੀ ਰਾਮ ਜੀ ਦੀ ਮੁੰਦਰੀ। ਤੇ ਬਿਰਧ ਮਾਈ ਨੇ ਉਹ ਮੁੰਦਰੀ ਹੱਥ ਵਿੱਚ ਪਕੜੀ ਤੇ ਸਾਹਮਣੇ ਖੂਹ ਸੀ, ਵਗਾ ਕੇ ਖੂਹ ਸੁੱਟ ਦਿੱਤੀ। ਬੜਾ ਹੈਰਾਨ ਹੋਇਆ ਹਨੂਮਤੀ ਮੁੰਦਰੀ ਸ਼੍ਰੀ ਰਾਮ ਜੀ ਦੀ ਜਿਹਨੂੰ ਸਪਰਸ਼ ਕੀਤਾ ਹੋਵੇ ਉਹ ਸੁੱਟ ਦਿੱਤੀ ਹੈ। ਤੇ ਉਸ ਸਮੇਂ ਕਹਿਣ ਲੱਗੇ ਤੁਸੀਂ ਇਹ ਕੀ ਕੀਤਾ ਹੈ? ਤੁਹਾਨੂੰ ਪਤਾ ਉਹ ਮੁੰਦਰੀ ਕਿੰਨੀ ਕੀਮਤੀ ਸੀ, ਸ਼੍ਰੀ ਰਾਮ ਜੀ ਦੇ ਕਰ ਕਮਲਾਂ ਵਿੱਚ ਸੀ, ਜਿਸ ਨੂੰ ਸ਼੍ਰੀ ਰਾਮ ਜੀ ਨੂੰ ਸਾਰੇ ਲੋਕ ਪੂਜਦੇ ਨੇ, ਤੁਸੀਂ ਨਰਾਦਰ ਕੀਤਾ ਹੈ। ਤੇ ਬਿਰਧ ਮਾਈ ਕਹਿਣ ਲੱਗੀ ਇੰਝ ਕਰ, ਖੂਹ ਦੇ ਵਿੱਚ ਜਾ ਕੇ ਉਹ ਮੁੰਦਰੀ ਕੱਢ ਕੇ ਲਿਆਣਾ ਕਰ, ਖੂਹ ਬਹੁਤਾ ਡੂੰਘਾ ਨਹੀਂ ਹੈ, ਤੂੰ ਆਪਣੀ ਮੁੰਦਰੀ ਲਿਆ। ਜਦੋਂ ਗੁਰੂ ਸਰੇ ਇਹ ਗੁੱਸੇ ਨਾਲ ਹਨੂਮਾਨ ਖੂਹ ਦੇ ਕੋਲ ਗਿਆ, ਕੀ ਦੇਖਦਾ ਕਿ ਉੱਥੇ ਜਿਹੜਾ ਸਾਰਾ ਖੂਹ ਮੁੰਦਰੀਆਂ ਨਾਲ ਭਰਿਆ ਹੋਇਆ, ਪਤਾ ਨਹੀਂ ਲੱਗ ਰਿਹਾ ਕਿਹੜੀ ਰਾਮ ਜੀ ਦੀ ਮੁੰਦਰੀ ਹੈ ਕਿਹੜੀ ਹੋਰ ਮੁੰਦਰੀ ਹੈ। ਦੇਖ ਕੇ ਹੈਰਾਨ ਹੋ ਗਿਆ ਤੇ ਵਾਪਸ ਆਇਆ, ਕਹਿਣਗੇ ਇਹ ਕੀ ਖੇਡ ਹੈ। ਅੱਗੋਂ ਉਸ ਬਿਰਧ ਮਾਈ ਨੇ ਉੱਤਰ ਦੇਣਾ ਕੀਤਾ ਕਿ ਹਰ ਯੁੱਗ ਦੇ ਵਿੱਚ ਰਾਮ ਜੀ ਸੰਸਾਰ ਵਿੱਚ ਆਉਂਦੇ, ਰਾਵਣ ਨਾਲ ਯੁੱਧ ਹੁੰਦਾ ਤੇ ਰਾਸ਼ਨ ਪਾਣੀ ਖਤਮ ਹੋ ਜਾਂਦਾ, ਤੂੰ ਮੇਰੇ ਪਾਸ ਰਾਸ਼ਨ ਪਾਣੀ ਲੈਣ ਵਾਸਤੇ ਆਉਂਦਾ ਏ, ਇਹ ਤੇਰੀਆਂ ਦਿੱਤੀਆਂ ਹੋਈਆਂ ਮੁੰਦਰੀਆਂ ਨੇ ਦੇਖ ਇੰਨਾ ਢੇਰ ਲੱਗ ਗਿਆ ਏ। ਤੇ ਗੁਰੂ ਕਹਿਣ ਲੱਗੇ ਇਸ ਕਰਕੇ ਉਹ ਜਿਹੜਾ ਰਾਮ ਹੈ, ਕਹਿੰਦੇ ਇਸ ਤਰ੍ਹਾਂ ਮੇਰੇ ਕੋਲ ਤਾਂ ਹਜ਼ਾਰਾਂ ਤੇ ਇਸ ਤਰ੍ਹਾਂ ਦੀਆਂ ਮੁੰਦਰੀਆਂ ਆਈਆਂ ਨੇ। ਫਿਰ ਹਨੂਮਾਨ ਨੇ ਸਜਦਾ ਕੀਤਾ, ਵਾਪਸ ਮੁੜ ਗਿਆ। ਸਤਿਗੁਰੂ ਇਹ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਹਨੂਮਾਨ ਸਰ ਗਰੜ ਸਮਾਨ, ਹਨੂਮਾਨ ਜੈਸੇ ਜਿਹੜੇ ਨਿਕਟ ਵਰਤੀ ਸੀ, ਗਰੜ ਉੱਤੇ ਸਵਾਰ ਵਿਸ਼ਨੂੰ ਜੀ ਦੀ ਸਵਾਰੀ ਕਰਦੇ ਨੇ, ਉਹ ਗਰੜ ਵੀ ਨਹੀਂ ਜਾਣ ਸਕਿਆ। ਭਾਵ ਕਹਿਣ ਦਾ ਕਿ ਪਰਮੇਸ਼ਰ ਜਿਹੜਾ ਹੈ ਬੇਅੰਤ ਹੈ, ਪਰਮੇਸ਼ਰ ਨੇ ਪਤਾ ਨਹੀਂ ਕਿੰਨੇ ਰਾਮ ਪੈਦਾ ਕੀਤੇ, ਕਿੰਨੇ ਕ੍ਰਿਸ਼ਨ ਪੈਦਾ ਕੀਤੇ ਨੇ, ਕਿੰਨੇ ਸ਼ਿਵਜੀ ਪੈਦਾ ਕੀਤੇ ਨੇ, ਉਹ ਵਾਹਿਗੁਰੂ ਹੀ ਜਾਣਦਾ। ਵਾਹਿਗੁਰੂ ਬੇਅੰਤ ਹੈ, ਉਹ ਅੰਤ ਨਾ ਅੰਤਾ ਸਦਾ ਬੇਅੰਤਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤਾਕਾ ਅੰਤ ਨਾ ਜਾਣੈ ਕੋਈ, ਇਹ ਭਾਈ ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣ ਸਕਦਾ ਹੈ। ਪੂਰੇ ਗੁਰ ਤੇ ਸੋਝੀ ਹੋਈ, ਇਹ ਸੋਝੀ ਕਿੱਥੋਂ ਪ੍ਰਾਪਤ ਹੁੰਦੀ ਹੈ? ਪੂਰੇ ਗੁਰੂ ਦੇ ਲੜ ਲੱਗ ਕੇ। ਪੂਰੇ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਪਰਮਾਤਮਾ ਕਿਹੋ ਜਿਹਾ, ਪਰਮਾਤਮਾ ਦੇ ਗੁਣ ਅੰਦਰ ਪੈਦਾ ਹੋ ਜਾਂਦੇ ਨੇ, ਪਰ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਏ ਦਾ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਹੜੇ ਸਾਚ ਰੱਤੇ, ਸੱਚ ਵਿੱਚ ਰੱਤੇ ਤਦਾਕਾਰ ਹੋ ਜਾਂਦੇ ਹਨ, ਉਹ ਫਿਰ ਕੀ ਹੁੰਦੇ? ਬਿਸਮਾਦੀ, ਬਿਸਮਾਦੀ ਤੋਂ ਬਾਅਦ ਅਚਰਜ ਹੋ ਜਾਂਦੇ ਨੇ। ਬਿਸਮਾਦੀ ਬਿਸਮ ਭਏ ਗੁਣ ਗਾਏ ਦਾ, ਫਿਰ ਉਹ ਪਰਮਾਤਮਾ ਦੇ ਗੁਣ ਗਾ ਕੇ ਬਿਸਮ ਅਚਰਜ ਹੋ ਜਾਂਦੇ ਨੇ, ਉਸੇ ਵਿੱਚ ਹੀ ਲੀਨ ਹੋ ਜਾਂਦੇ, ਭੇਦ ਹੋ ਜਾਂਦੇ ਨੇ। ਉਹ ਵੀ ਫਿਰ ਅਖੀਰ 'ਤੇ ਇਹੀ ਆਖਦੇ ਨੇ, ਜੇ ਪੁੱਛੇ ਕਿ ਪਰਮਾਤਮਾ ਕੀ ਹੈ, ਕਹਿੰਦੇ ਪਰਮਾਤਮਾ ਬੇਅੰਤ ਹੈ, ਬੇਅੰਤ ਹੈ। ਇੰਜ ਗੁਰੂ ਸਰ ਉਹ ਵੀ ਮਾਲਕ ਦਾ ਅੰਤ ਨਹੀਂ ਦੱਸ ਸਕਦੇ ਹਨ। ਇਹ ਸਤਿਗੁਰੂ ਮਹਾਰਾਜ ਨੇ
ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ